ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। 4-5 ਦਿਨ ਪਹਿਲਾਂ ਤੁਸੀਂ ਮੈਨੂੰ ਕਿਹਾ ਸੀ ਅਰਸ਼ ਜੀ ਟਾਈਮ ਤੁਹਾਡੇ ਤੋਂ ਬਹੁਤ ਥੋੜਾ ਹੁੰਦਾ ਹੈ ਤੇ ਇਹਦਾ ਕੁਛ ਕਰੋ। ਤੇ ਹੁਣ ਮੈਂ ਕਿਹਾ ਭੱਟੀ ਸਾਹਿਬ ਤੁਹਾਡੀਆਂ ਜਿਹੜੀਆਂ ਦੁਆਵਾਂ ਨੇ ਉਹ ਕੰਮ ਆ ਗਈਆਂ ਨੇ। ਤੁਸੀਂ ਹੁਣ ਜਿੰਨਾ ਚਾਹੋ ਉਹਨਾਂ ਤੁਸੀਂ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ ਖੁੱਲ ਕੇ ਪੰਜਾਬ ਦੀ ਰਾਜਨੀਤੀ ਦੇ ਬਾਰੇ। ਜੀ ਅਰੇ ਜੀ ਸਾਡੇ ਨੇ ਇੱਕ ਕਾਲਰ ਨੇ ਇੱਕ ਫੋਨ ਕੀਤਾ ਸੀ ਕਾਫੀ ਸਮਾਂ ਪਹਿਲਾਂ ਜੀ। ਉਹਨੇ ਕਿਹਾ ਜੀ ਭੱਟੀ ਸਾਹਿਬ ਦਾ ਸਮਾਂ ਬਦੌਰ ਚਾਵਲਾ ਸਾਹਿਬ ਨੂੰ ਕਿਹਾ ਸੀ। ਉਹਨਾਂ ਵੀ ਜਵਾਬ ਦੇ ਦਿੱਤਾ ਸੀ ਤੇ ਉਹਨੇ ਕਿਹਾ ਠੀਕ ਹੈ। ਹਾਂਜੀ ਲੇਕਿਨ ਮੈਂ ਨਾ ਵੀ ਉਸ ਵੀਰ ਦੀਆਂ ਸਾਡੇ ਕਾਲਰ ਦੀਆਂ ਸਾਡੇ ਬਜ਼ੁਰਗ ਹੋਣਗੇ ਸਾਡੇ ਹਾਣੀ ਹੋਣਗੇ ਨਹੀਂ ਪਤਾ, ਲੇਕਿਨ ਉਹਨਾਂ ਦੀਆਂ ਦੁਆਵਾਂ ਦਾ ਨਤੀਜਾ ਵੀ ਸਾਨੂੰ ਮੌਕਾ ਮਿਲਿਆ ਸੇਵਾ ਕਰਨ। ਬਿਲਕੁਲ ਭੱਟੀ ਸਾਹਿਬ ਉਹਨਾਂ ਦੁਆਵਾਂ ਕੀਤੀਆਂ ਹੋਣੀਆਂ ਕਿੰਨੀਆਂ ਵੀ ਰੈਡੀ ਦਾ ਸਮਾਂ ਵਧੇ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਵਧ ਗਿਆ ਜੀ। ਕਰ ਰਹੇ ਸੇਵਾ ਕਰਦੇ ਰਹਾਂਗੇ ਜੀ ਬਿਲਕੁਲ ਜੀ। ਸੋ ਸਟੂਡੀਓ ਦੇ ਨੰਬਰ ਕੋਈ ਵੀ ਸਵਾਲ ਜਵਾਬ ਤੁਸੀਂ ਭੱਟੀ ਸਾਹਿਬ ਨਾਲ ਕਰਨਾ ਚਾਹੁੰਦੇ ਹੋ, ਮੈਂ ਨੰਬਰ ਜਿਹੜੇ ਸਾਡੇ ਸਵੇਰ ਦੇ ਦਰਸ਼ਕ ਨੇ ਜਾਂ ਸਰੋਤੇ ਨੇ ਨੰਬਰ ਨੋਟ ਡਾਊਨ ਕਰ ਲਓ ਜੀ। ਬਹੁਤ ਹੀ ਸੌਖਾ ਜਿਹਾ ਨੰਬਰ ਹੈ ਜੀ 905 813 1320 905 813 1320। ਹਾਲੇ 2-3 ਦਿਨ ਲੱਗਣਗੇ ਤੁਹਾਨੂੰ ਨੰਬਰ ਰਟਣ ਦੇ ਵਾਸਤੇ, ਪਰੰਤੂ ਇਹ ਤਾਂ ਕਾਫੀ 24 ਸਾਲਾਂ ਤੋਂ ਇਹ ਨੰਬਰ ਤੁਹਾਡੇ ਦਿਲਾਂ ਦੇ ਵਿੱਚ ਰਾਤ ਦੇ ਪ੍ਰੋਗਰਾਮ ਦੇ ਵਿੱਚ ਤਾਂ ਵਸਿਆ ਹੋਇਆ ਹੈ, ਪਰੰਤੂ ਸਵੇਰ ਦੇ ਸਾਡੇ ਦਰਸ਼ਕਾਂ ਦੇ ਸਰੋਤਿਆਂ ਵਾਸਤੇ 905 813 1320। ਆਓ ਫਿਰ ਭੱਟੀ ਸਾਹਿਬ ਗੱਲਬਾਤ ਕਰੀਏ ਜੀ ਰਾਜੇਵਾਲ ਸਾਹਿਬ ਦੀ। ਕਹਿ ਰਹੇ ਨੇ ਕਿ ਉਹ ਵੀ ਥੋੜਾ ਜਿਹਾ ਧਰਨਾ ਲਗਾ ਰਹੇ ਨੇ ਤੇ ਸੁਪਰੀਮ ਕੋਰਟ ਦੇ ਅਗੇਂਸਟ। ਇਹਦੇ ਬਾਰੇ ਕੁਝ ਸਾਨੂੰ ਚਾਨਣਾ ਪਾਓ ਜੀ। ਜਿਹੜੀ ਰਾਜੇਵਾਲ ਸਾਹਿਬ ਦੀ ਗੱਲ ਹੈ ਜੀ, ਪਹਿਲੀ ਗੱਲ ਤੇ ਉਹਨਾਂ ਜਿਹੜਾ ਬਕਾਇਦਾ ਤੌਰ ਤੇ ਲਖਮੀਰਪੁਰ ਜਿਹੜਾ ਕਾਂਡ ਹੋਇਆ ਉਹਦੇ ਤੇ ਬੜੀ ਸਖਤ ਨਿੰਦਾ ਕੀਤੀ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਜੀ। ਖੈਰ ਜਿੱਦਾਂ ਵੀ ਕੀਤਾ ਗਿਆ ਘਟਨਾ ਮਾੜੀ ਵਾਪਰੀ ਆ, ਇਹ ਨਹੀਂ ਵਾਪਰਨੀ ਚਾਹੀਦੀ ਸੀ। ਔਰ ਮੈਂ ਸੋਚਦਾ ਵੀ ਇਹਦੇ ਉੱਤੇ ਜਿਹੜੀਆਂ ਪੁਲਿਸ ਨੇ ਇੱਕ SIT ਵੀ ਬਣਾ ਦਿੱਤੀ, ਉਹ ਵੀ ਜਾਂਚ ਕਰੇਗੀ। ਜਿਹੜੀ ਦੂਸਰੀ ਜੱਜ ਵਾਲੀ ਗੱਲ ਸੀ ਉਹ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ, ਉਹ ਕੀ ਕਰਨਾ ਇਹਦੇ ਬਾਰੇ ਕੋਈ ਜਾਣਕਾਰੀ ਜੀ। ਹੁਣ ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਆ ਕਿ ਸੁਪਰੀਮ ਕੋਰਟ ਨੇ ਸਾਨੂੰ ਇਹ ਗੱਲ ਕਹੀ ਆ ਕਿ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਉਦੋਂ ਕੋਈ ਮਾਈ ਬਾਪ ਨਹੀਂ ਬਣਦਾ ਤੇ ਕਿਸਾਨ ਸੜਕਾਂ ਤੇ ਬੈਠੇ ਆ। ਉਹਨਾਂ ਕਿਹਾ ਕਿ ਜਿਹੜੀ ਕਿਸਾਨ ਮਹਾਂ ਪੰਚਾਇਤ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਚ ਲਈ ਆ, ਜਿਹਨੇ ਇੰਨੀ ਗੱਲ ਕਹੀ ਆ ਕਿ ਮੈਨੂੰ 200 ਵਿਅਕਤੀਆਂ ਨਾਲ ਜੰਤਰ ਮੰਤਰ ਰੋਡ ਤੇ ਸੱਤਿਆਗ੍ਰਹਿ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਪਹਿਲਾਂ ਤੁਸੀਂ GT ਰੋਡ ਘਿਰ ਕੇ ਬੈਠੇ ਹੋ ਤੇ ਹੁਣ ਤੁਸੀਂ ਦਿੱਲੀ ਬੰਦ ਕਰਨ ਆ ਗਏ ਹੋ ਜੀ। ਉਹਨਾਂ ਨੇ ਉਹਦੀ ਝਾੜ ਪਈ ਇਸ ਗੱਲ। ਲੇਕਿਨ ਰਾਜੇਵਾਲ ਸਾਹਿਬ ਨੇ ਇੰਨੀ ਗੱਲ ਕਹੀ ਵੀ ਨਾ ਅਸੀਂ ਸੁਪਰੀਮ ਕੋਰਟ ਗਏ ਆ ਨਾ ਅਸੀਂ ਜਾਣਾ ਚਾਹੁੰਦੇ। ਸਾਡੀ ਲੜਾਈ ਸਰਕਾਰ ਨਾਲ ਵਾ। ਸਾਨੂੰ ਸਾਡੇ ਵਕੀਲਾਂ ਨੇ ਕਿਹਾ ਸੀਗਾ ਜੇਕਰ ਤੁਸੀਂ ਸੁਪਰੀਮ ਕੋਰਟ ਚਲੇ ਗਏ ਇਹ ਤੁਹਾਡਾ ਫਿਰ ਕੰਮ ਜਿਹੜਾ ਕਾਫੀ ਲੰਮਾ ਪੈ ਜਾਏਗਾ ਤੇ ਕੋਰਟਾਂ ਦੇ ਕੰਮ ਲੰਮੇ ਪੈਂਦੇ ਤੇ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਵੀ ਲੰਮੇ ਤੋਂ ਲੰਮਾ ਕੰਮ ਅਸੀਂ ਨਹੀਂ ਚਾਹੁੰਦੇ। ਇਸ ਕਰਕੇ ਜਿਹੜੀ ਜਥੇਬੰਦੀ ਗਈ ਆ ਇਹ RSS ਦੀ ਤੇ BJP ਦੀ ਜਥੇਬੰਦੀ ਤੇ ਇੱਕ ਸਾਜ਼ਿਸ਼ ਤਹਿਤ ਉੱਥੇ ਗਈ। ਜਦੋਂ ਅਸੀਂ ਨਹੀਂ ਗਏ ਉਹ ਗਈ, ਉਹਨੂੰ ਜਵਾਬ ਦੇ ਦਿਓ ਤੁਸੀਂ ਦੇਣਾ। ਅਸੀਂ ਬਿਲਕੁਲ ਕੋਈ ਰਸਤਾ ਨਹੀਂ ਰੋਕਿਆ, ਅਸੀਂ ਰਸਤੇ ਖਾਲੀ ਨੇ ਜੇ ਰੋਕਿਆ ਤੇ ਸਰਕਾਰ ਨੇ ਪੁੱਟੇ ਨੇ, ਅੱਗੇ ਕਿੱਲ ਲਾਏ ਨੇ, ਸੜਕਾਂ ਪੁੱਟੀਆਂ ਨੇ, ਪੱਥਰ ਰੱਖੇ ਨੇ, ਕੰਧਾਂ ਕੀਤੀਆਂ। ਸੁਪਰੀਮ ਕੋਰਟ ਆ ਕੇ ਵੇਖ ਸਕਦਾ, ਸਾਨੂੰ ਬਦਨਾਮ ਨਾ ਕਰੇ। ਜੇਕਰ ਰਾਜੇਵਾਲ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਕੀਤੀ, ਉਹਨਾਂ ਕਿਹਾ ਸੁਪਰੀਮ ਕੋਰਟ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਕੋਰਟਾਂ ਜਿਹੜੀਆਂ ਕੋਰਟਾਂ ਸੰਵਿਧਾਨ ਦੀ ਰਾਖੀ ਵਾਸਤੇ ਹੁੰਦੀਆਂ, ਕਾਨੂੰਨ ਦੀ ਰਾਖੀ ਵਾਸਤੇ ਹੁੰਦਾ, ਕਾਨੂੰਨ ਮੁਤਾਬਕ ਇਨਸਾਫ ਦੇਣ ਲਈ ਹੁੰਦੀ ਹੈ। ਲੇਕਿਨ ਸਾਨੂੰ ਇਹ ਦੱਸਿਆ ਜਾਵੇ ਕਿ ਜਦੋਂ 543 ਮੈਂਬਰ ਸੀਗੇ ਹੁੰਦੇ ਆਪਣੇ ਦੇ ਪਾਰਲੀਮੈਂਟ ਦੇ ਤੇ 260 ਕੇ 65 ਹੁੰਦੇ ਆ ਰਾਜ ਸਭਾ,
ਇਹ ਕਾਲੇ ਕਾਨੂੰਨ ਪਾਸ ਹੋਏ ਆ ਬਕਾਇਦਾ ਤੌਰ ਤੇ, ਇਹ ਸੂਬਿਆਂ ਦੇ ਉੱਤੇ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ ਵਾ। ਕਿਉਂ ਐਗਰੀਕਲਚਰ ਨਾਲ ਸੰਬੰਧਿਤ ਜਿਹੜੇ ਕਾਨੂੰਨ ਆ ਉਹ ਸਿਰਫ ਤੇ ਸਿਰਫ ਰਾਜ ਬਣਾ ਸਕਦੇ, ਕੇਂਦਰ ਨੂੰ ਕੋਈ ਅਧਿਕਾਰ ਨਹੀਂ। ਸੁਪਰੀਮ ਕੋਰਟ ਬੋਲਿਆ ਕਿਉਂ ਨਹੀਂ? ਸੁਪਰੀਮ ਕੋਰਟ ਨੂੰ ਬਕਾਇਦਾ ਤੌਰ ਤੇ ਸਿਓ ਮੋਟੋ ਲੈਣਾ ਚਾਹੀਦਾ ਸੀਗਾ ਵੀ ਇਹ ਕੰਮ ਗਲਤ ਤੁਸੀਂ ਕਿਵੇਂ ਕੀਤਾ, ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਕਾਨੂੰਨ ਬਣਾਉਣ ਦਾ। ਇਹ ਕਾਨੂੰਨ ਜਿਹੜੇ ਆ ਬਕਾਇਦਾ ਤੌਰ ਤੇ ਰਾਜਾਂ ਦਾ ਅਧਿਕਾਰ। ਕਿਉਂ ਨਹੀਂ ਬੋਲੀ ਸੁਪਰੀਮ ਕੋਰਟ ਉੱਥੇ? ਅੱਜ ਸਾਨੂੰ ਇਹ ਜਾਣ ਕੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਕਿਹਾ ਵੇਖੋ ਸਾਡੇ ਤੇ ਹੱਕ ਮੰਗਦੇ ਉੱਤੇ ਲਾਠੀਆਂ ਵਰੀਆਂ ਜੀ, ਸਾਡੇ ਤੇ ਗੰਦੇ ਪਾਣੀ ਦੇ ਵਿਛਾੜਾਂ ਵੀ ਪਈਆਂ, ਸਾਡੇ ਤੇ ਪਰਚੇ ਵੀ ਹੋਏ, ਸਾਡੇ 700 ਤੋਂ ਉੱਪਰ ਕਿਸਾਨ ਸ਼ਹੀਦ ਵੀ ਹੋ ਗਏ। ਹੁਣ ਤੱਕ ਸੁਪਰੀਮ ਕੋਰਟ ਨੇ ਸਾਡੇ ਵਾਸਤੇ ਕੀ ਕੀਤਾ ਸੁਪਰੀਮ ਕੋਰਟ? ਸੁਪਰੀਮ ਕੋਰਟ ਨੇ ਕਿਉਂ ਨਹੀਂ ਤਲਬ ਕੀਤਾ? ਸਰਕਾਰ ਨੂੰ ਦੱਸੋ ਜਾ ਕੇ ਵੀ ਕਿਉਂ ਵੀ ਤੁਸੀਂ ਕਿਸਾਨ ਤੋਂ ਬੈਠੇ ਹੋ ਤੇ ਉਹਨਾਂ ਦਾ ਫੈਸਲਾ ਕੋਈ ਨਹੀਂ ਕਰਦੇ ਤੁਸੀਂ? ਉਹ ਕਹਿੰਦੇ ਤਾਜ਼ੀ ਘਟਨਾ ਲੈ ਲਓ, ਲਖਮੀਪੁਰ ਦੀ ਤਾਜ਼ੀ ਘਟਨਾ ਲੈ ਲਓ। ਬਕਾਇਦਾ ਤੌਰ ਤੇ ਇਲਾਹਾਬਾਦ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਸਿਓ ਮੋਟੋ ਲੈਣਾ ਚਾਹੀਦਾ। ਜਿਹੜਾ ਵੱਡੀ ਘਟਨਾ ਵਾਪਰੀ ਕਿਉਂ? ਸਰਕਾਰ ਨੂੰ ਕਿਉਂ ਨਹੀਂ ਕੱਟਣ 'ਚ ਖੜਾ ਕੀਤਾ ਇਹਨਾਂ ਨੇ? ਇਸ ਕਰਕੇ ਅਸੀਂ ਇਹ ਸੁਪਰੀਮ ਕੋਰਟ ਨਾਲ ਸਹਿਮਤ ਨਹੀਂ। ਜੋ ਸੁਪਰੀਮ ਕੋਰਟ ਕਰ ਰਿਹਾ ਉਹ ਗਲਤ ਕਰ ਰਿਹਾ। ਤੇ ਜਿਹੜੇ ਜੱਜਾਂ ਨੇ ਕਿਸਾਨਾਂ ਤੇ ਟਿੱਪਣੀ ਕੀਤੀ ਬਕਾਇਦਾ ਤੌਰ ਤੇ ਜੀ ਕਿ ਇਹ ਰਸਤੇ ਰੋਕ ਕੇ ਬੈਠੇ ਆ, ਇਹ ਗਲਤ ਕੰਮ ਕਰ ਰਹੇ ਆ। ਜਦੋਂ ਘਟਨਾ ਵਾਪਰਦੀ ਉਦੋਂ ਕੋਈ ਮਾਈ ਬਾਪ ਨਹੀਂ ਬਣਦਾ। ਬਿਲਕੁਲ ਗਲਤ। ਅਸੀਂ ਚੀਫ ਜਸਟਿਸ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਦੀ ਜਵਾਬ ਤਲਬੀ ਕੀਤੀ ਜਾਵੇ। ਅਤੇ ਤੁਸੀਂ ਮੰਨਦੇ ਹੋ ਕਿ ਅੰਨਦਾਤਾ, ਕਿਸਾਨ ਅੰਨ ਪੈਦਾ ਕਰਦਾ, ਤੁਸੀਂ ਜਿੰਦਾ ਹੋ। ਕਿਸਾਨ ਦਾ ਅੰਨ ਤੁਸੀਂ ਨਹੀਂ ਖਾਂਦੇ ਹੋ, ਉਹਦਾ ਪੈਦਾ ਕੀਤਾ ਹੋਇਆ। ਇਸ ਕਰਕੇ ਕਿਸਾਨ ਨੇ ਮਾੜਾ ਕੀਤਾ। ਚਾਵਲਾ ਸਾਹਿਬ ਕਿਸਾਨ ਅਜਿਹਾ ਇੱਕ ਫੱਕਰ ਆ, ਕਹਿੰਦੇ ਆ ਇਹ ਫੱਕਰ ਇਹੋ ਜਿਹਾ ਵੀ ਜਿਹਨੂੰ ਹੋਮੇ ਨਾ ਹੋਵੇ, ਜਿਹਨੇ ਅੱਲਾ ਫੱਕਰ ਹੀ ਕੋਈ। ਬਿਲਕੁਲ। ਸਾਨੂੰ ਵੇਖ ਲਓ ਬਕਾ ਤੌਰ ਤੇ ਇੱਕ ਚੂਹੇ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰੇ ਕਿਸਾਨ ਦੇ ਸਿਰ ਤੇ ਪਲਦੇ ਆ। ਇੱਕ ਸਾਲ ਦੇਸ਼ ਫਲੱਡ ਆਵੇ, ਫਸਲ ਬਰਬਾਦ ਹੋ ਜਾਵੇ ਤੇ ਸਾਰੇ ਖਜ਼ਾਨੇ ਖਾਲੀ ਹੋ ਜਾਂਦੇ, ਦੁਕਾਨਾਂ ਖਾਲੀ, ਜਿਹਨੇ ਕੋਈ ਪਰਚੇਜ ਨਹੀਂ ਹੁੰਦੀ। ਬਿਲਕੁਲ। ਇਸ ਕਰਕੇ ਕਿਸਾਨ ਦੇ ਸਿਰ ਤੇ ਸਾਰੇ ਪਲਦੇ। ਖਾਸ ਕਰਕੇ ਇੰਡੀਆ ਦੇ ਵਿੱਚ ਸਾਡੀ 80% ਆਬਾਦੀ ਜਿਹੜੀ ਆ ਉਹ ਖੇਤੀਬਾੜੀ ਕਿਸੇ ਨਾ ਕਿਸੇ ਖੇਤਰ ਦੀ ਜੁੜੀ ਹੈ। ਇੱਕ ਦੁਕਾਨਦਾਰ ਨੂੰ ਇੱਕ ਦਿਨ ਸੌਦਾ ਘੱਟ ਵੇਚ ਕੇ ਘੱਟ ਆਮਦਨ ਹੋਵੇ ਤੇ ਅਗਲੇ ਦਿਨ ਠੇਕਿਆਂ 'ਚ ਪੈ ਜਾਂਦਾ ਜੀ। ਤੇ ਕਿਸਾਨ ਆਪਣੀ ਫਸਲ ਬੋਂਦਾ ਵਾ, ਕਰਦਾ ਵਾ, ਹੜ੍ਹ ਆਉਂਦੇ ਆ ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ, ਬਰਬਾਦ ਕਰ ਦਿੰਦੀ ਆ, ਉਹ ਫਿਰ ਆਪਣਾ ਨਿੰਮੋ ਚੁਣਾ ਕੇ ਫਿਰ ਤੁਰ ਪੈਂਦਾ ਵਾ। ਉਹਨੇ ਤੇ ਕਦੀ ਕਿਸੇ ਕੋਲ ਜਾ ਕੇ ਰੋਣ ਨਹੀਂ ਰੋਇਆ। ਤੇ 1 ਏਕੜ ਦਾ ਖਰਚਾ 55,000 ਰੁਪਇਆ ਉਹਦਾ ਵਾ। ਮੁਆਵਜ਼ਾ ਵੀ ਸਰਕਾਰ ਕਹਿੰਦੀ 8,000 ਲੈ ਲੂ, 10,000 ਲੂ, 20 ਦਾ ਖਰਚਾ ਨਹੀਂ ਪੂਰਾ ਹੁੰਦਾ। ਇਸ ਕਰਕੇ ਰਾਜੇਵਾਲ ਸਾਹਿਬ ਨੇ ਬਕਾਇਦਾ ਤੌਰ ਤੇ ਆਪਣੀ ਵਧੀਆ ਗੱਲ ਕਹੀ ਆ ਕਿ ਇਹ ਵਿਸ਼ਾ ਜਿਹੜਾ ਵਾ ਰਾਜਾਂ ਦਾ ਵਾ ਤੇ ਇਮੀਡੀਏਟਲੀ ਸੀਓ ਵੋਟੋ ਲੈਣਾ ਚਾਹੀਦਾ ਵਾ ਸੁਪਰੀਮ ਕੋਰਟ ਨੂੰ ਤੇ ਤਲਬ ਕਰਨਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਇਹ ਗਲਤ ਕਿਉਂ ਕਾਨੂੰਨ ਪਾਸ ਕੀਤੇ ਆ। ਕਾਨੂੰਨ ਰੱਦ ਕਰਨੇ ਚਾਹੀਦੇ ਸਰਕਾਰ ਨੂੰ। ਸੁਪਰੀਮ ਕੋਰਟ ਨੇ ਕਿਉਂ ਨਹੀਂ ਰੱਦ ਕਰ? ਕਿ ਰਾਜੇ ਸਾਹਿਬ ਬੜੇ ਗੁੱਸੇ ਸੀਗੇ, ਬੜੀਆਂ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਜੀ। ਔਰ ਇਹ ਵੱਡੀ ਗੱਲ ਸੀ ਜਿਹੜੀ ਗੱਲ ਕੀਤੀ ਵੀ ਸ਼ੂ ਮੋਟਰ ਲੈਂਡ ਜੀ ਚੀਫ ਜਸਟਿਸ ਜੀ। ਭੱਟੀ ਸਾਹਿਬ ਲੈਂਦੇ ਆ ਪਹਿਲੀ ਕਾਲ ਅਤੇ ਪਹਿਲੀ ਅਫੀਸ਼ੀਅਲ ਕਾਲ ਸਵੇਰ ਦੇ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਫੋਨ ਨੰਬਰ ਲੈਣਾ ਸੀ ਤੁਹਾਡਾ, ਉਹਦਾ IPTV ਬਾਕਸ ਦਾ ਜੀ। IPTV ਦਾ ਨੰਬਰ ਲਿਖ ਲਓ ਜੀ 647 554 554 5859 5859। ਠੀਕ ਹੈ ਜੀ। ਇੱਕ ਗੱਲ ਹੋਰ ਮੈਂ ਪੁੱਛਣੀ ਸੀ ਤੁਹਾਨੂੰ। ਜੀ। ਹਾਂਜੀ, ਅਸੀਂ ਤੁਹਾਡੇ ਕੋਲੋਂ ਲਿਆ ਸੀਗਾ ਭਾਜੀ, ਤੁਸੀਂ ਔਨ ਦੀ 에ਅਰ ਹੋ, ਅਸੀਂ ਸਾਡਾ ਸ਼ੋਅ ਚੱਲਦਾ ਪਿਆ, ਤੁਸੀਂ ਇਸ ਨੰਬਰ ਤੇ ਕਾਲ ਕਰ ਲਓ, ਉਹ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਠੀਕ ਹੈ ਜੀ। ਚਲੋ ਠੀਕ। ਥੈਂਕ ਯੂ ਸੋ ਮਚ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸਤਿ ਸ਼੍ਰੀ ਅਕਾਲ ਜੀ। ਜੀ ਵੀਰੇ ਜੀ, ਤੁਸੀਂ ਔਨ ਦੀ 에ਅਰ ਹੋ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਦੀ 에ਅਰ ਹੋ ਜੀ। ਸਤਿ ਸ਼੍ਰੀ ਅਕਾਲ, ਬੋਲੋ ਜੀ।
ਮੈਂ ਔਨ ਦੀ ਏਅਰ ਆਫ ਦੀ ਏਅਰ ਗੱਲ ਕਰਨੀ ਸੀ। ਆਫ ਦੀ ਏਅਰ ਗੱਲ ਕਰਨੀ ਹੈ ਜੀ, ਤੁਸੀਂ ਹੋਰ ਕਰ ਲਓ ਜੀ। 905 813 1320 9058131320। ਭੱਟੀ ਸਾਹਿਬ ਅਸੀਂ ਅੱਗੇ ਵਧਦੇ ਹਾਂ ਜੀ। ਚਿੱਠੀ ਮੰਗੀ ਗਈ ਹੈ ਜੀ, ਡਿਮਾਂਡ ਕੀਤੀ ਗਈ ਹੈ ਪੰਜਾਬ ਗਵਰਨਮੈਂਟ ਸਰਕਾਰ ਤੋਂ। ਇਹ ਚਿੱਠੀ ਕਾਹਦੀ ਚਿੱਠੀ ਹੈ ਤੇ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜ਼ਿਕਰ ਹੋ ਰਹੇ ਨੇ ਕੁਝ ਇੱਕ ਵਿਅਕਤੀਆਂ ਦੇ। ਜਿਹੜੀ ਸ਼੍ਰੋਮਣੀ ਕਮੇਟੀ ਦੀ ਗੱਲ ਹੈ, ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ 2 ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਅਮਰੀਕ ਸਿੰਘ ਸ਼ਾਹਪੁਰ, ਉਹਨਾਂ ਨੇ ਸੰਯੁਕਤ ਅਕਾਲੀ ਦਲ ਦੇ ਜਨਰਲ ਸੈਕਟਰੀ ਜਿਹੜੇ ਰਣਜੀਤ ਸਿੰਘ ਤਲਵੰਡੀ, ਇਹਨਾਂ ਨੇ ਬਕਾਇਦਾ ਤੌਰ ਤੇ ਇੱਕ ਟਾਈਮ ਲਿਆ ਸੀ ਹੋਮ ਮਿਨਿਸਟਰ ਆਫ ਪੰਜਾਬ ਕੋਲੋਂ ਕਿ ਅਸੀਂ ਤੁਹਾਨੂੰ ਮਿਲਣਾ ਵਾ। ਮਿਨਿਸਟਰ ਤੇ ਮਿਲਿਆ ਨਹੀਂ ਕਿ ਉਹ ਗਏ ਸੀ ਯੂਪੀ ਨੂੰ, ਉੱਥੇ ਫੜ ਕੇ ਭਾਲਿਆ, ਅਰੈਸਟ ਕਰ ਲਏ ਸੀਗੇ, ਇਸ ਕਰਕੇ ਨਹੀਂ ਮਿਲ ਸਕੇ। ਲੇਕਿਨ ਉਹਨਾਂ ਨੇ ਮੁੜ ਕੇ ਜਿਹੜੇ ਸਾਡੇ ਰੂਜ਼ਨ ਸਾਹਿਬ ਨੇ ਪ੍ਰਿੰਸੀਪਲ ਸੈਕਟਰੀ, ਉਹਨਾਂ ਨੂੰ ਮਿਲੇ। ਉਹਨਾਂ ਨੂੰ ਬਕਾਇਦਾ ਇੱਕ ਮੰਗ ਪੱਤਰ ਦਿੱਤਾ ਗਿਆ ਵੀ ਭਾਈ ਆਹ ਸਾਡੀਆਂ ਡਿਮਾਂਡਸ ਨੇ। ਅੱਜ ਕੀ ਨੇ? ਪਹਿਲੀ ਡਿਮਾਂਡ ਉਹਨਾਂ ਨੇ ਕਿਹਾ ਵੀ 2011 ਦੇ ਵਿੱਚ SGPC ਦੀ ਚੋਣ ਹੋਈ ਸੀ, 5 ਸਾਲ ਬਾਅਦ ਚੋਣ ਹੋਣੀ ਜ਼ਰੂਰੀ ਹੁੰਦੀ ਹੈ, ਉਹ ਚੋਣ ਨਹੀਂ ਹੋਈ। ਇਸ ਗੱਲ ਨੂੰ ਅੱਜ 10 ਸਾਲ ਤੋਂ ਉੱਪਰ ਸਮਾਂ ਵੱਧ ਹੋ ਗਿਆ, ਚੋਣ ਕਰਾਈ ਜਾਵੇ। ਦੂਸਰੀ ਉਹਨਾਂ ਦੀ ਮੰਗ ਸੀ 328 ਸਰੂਪ ਜਿਹੜੇ ਗੁੰਮ ਹੋਏ ਨੇ, ਲਾਪਤਾ ਨੇ, ਉਹਨਾਂ ਦੀ ਪੜਤਾਲ ਕੀਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਕਿਉਂਕਿ ਇਹਦੀ ਪੜਤਾਲ ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ, ਈਸ਼ਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਨੇ ਕੀਤੀ ਹੈ। 265 ਸਰੂਪਾਂ ਦੀ ਗੱਲ ਹੁੰਦੀ ਸੀ, ਉਹਨੇ ਕਿਹਾ 265 ਨਹੀਂ 328 ਜਿਹੜੇ ਉਹ ਲਾਪਤਾ ਨੇ। ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖਤ ਦਾ ਕਮਾਈ ਨੇ ਕਮੇਟੀ ਨੇ ਰਿਪੋਰਟ ਦੇ ਦਿੱਤੀ ਵੀ ਇਹ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਮਤਾ ਕਰਦਾ ਵੀ ਇਹਨਾਂ ਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਊਗੀ। ਤੇ ਜਦੋਂ ਉਹਨਾਂ ਬੰਦਿਆਂ ਨੇ ਕਿਹਾ ਵੀ ਜੇ ਅਸੀਂ ਫਸਾਂਗੇ ਤੇ ਫਿਰ ਤੁਸੀਂ ਵੀ ਫਸੋ, ਕਈ ਮੈਂਬਰ ਵੀ ਫਸਣੇ ਇਸ ਵੇਲੇ। ਫਿਰ ਇਹ ਗੱਲ ਕਹਿਤੀ ਨਹੀਂ ਵੀ ਇਹ ਜਿਹੜੀ ਕਮੇਟੀ ਦੀ ਇਹਦੀ ਪੁਲਿਸ ਨੂੰ ਦੇਣ ਦੀ ਲੋੜ ਨਹੀਂ, ਸਾਡੀ ਜਿਹੜੀ ਕਮੇਟੀ SGPC ਆਪ ਸਮਰਥ ਹੈਗੀ ਹੈ ਇਹਦੀ ਬਕਾਇਦਾ ਤੌਰ ਤੇ ਜਿਹੜੀ ਉਹ ਜਾਂਚ ਕਰਨ ਜੀ। ਕਾਫੀ ਦੇਰ ਸ਼੍ਰੋਮਣੀ ਕਮੇਟੀ ਦੇ ਬੂਹੇ ਅੱਗੇ ਜਥੇਬੰਦੀਆਂ ਧਰਨਾ ਲਾਈ ਰੱਖਿਆ। ਮੁੜ ਕੇ ਜਥੇਬੰਦੀਆਂ ਨੂੰ ਇੱਕ ਦਿਨ ਇਹਨਾਂ ਨੇ ਗਿੱਦੜ ਕੁੱਟ ਕੀਤੀ, ਪਰ ਧਾਰੀ ਸਿੰਘਾਂ ਨੇ ਗਾਤਰੇ ਜਿਹੜੇ ਤੋੜ ਕੇ ਉਹਨਾਂ ਦੇ ਬਾਹਾਂ ਵਧੀਆਂ ਗਈਆਂ, ਉਹਨਾਂ ਦੇ ਵਾਲ ਖਿਲਾਰੇ ਗਏ, ਉਹਨਾਂ ਦੇ ਸਿਰਾਂ ਛਿੱਤਰ ਮਾਰੇ ਗਏ। ਪਹਿਲੀ ਗਲਤੀ ਕੀਤੀ ਤੁਸੀਂ ਜਿਹੜੇ ਸਰੂਪ ਆ ਉਹਨਾਂ ਦੱਸੀ ਹੈ, ਦੂਜੀ ਗਲਤੀ ਤੁਸੀਂ ਅੰਮ੍ਰਿਤਧਾਰੀ ਸਿੰਘਾਂ ਨੇ ਵਧੇਗੀ। ਮੈਂ ਇਸ ਗੱਲ ਨੂੰ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਜੁਰਤ ਕੀਤੀ, ਉਹਦੇ ਤੇ ਕ੍ਰਾਸ ਪਰਚਾ ਦਰਜ ਕੀਤਾ ਜੀ। ਜਥੇਬੰਦੀਆਂ ਦੇ ਖਿਲਾਫ ਕੀਤਾ ਤੇ SGPC ਦੇ ਮੁਲਾਜ਼ਮਾਂ ਦੇ ਖਿਲਾਫ ਵੀ ਕੀਤਾ। ਤੁਸੀਂ ਬੜੀ ਪਿੱਟੀ ਸੀ ਵੀ ਸਾਡੇ ਖਿਲਾਫ ਮੁਕੱਦਮਾ ਕਰਦਾ, ਤੁਸੀਂ ਗਲਤ ਕੰਮ ਕਰਦੇ, ਪਰ ਮੁਕੱਦਮਾ ਤਾਂ ਹੋਏਗਾ। ਅੱਜ ਵੀ 328 ਸਰੂਪਾਂ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਹਜ਼ੂਰੀ ਆਗੀ ਰਹੇ ਨੇ, ਮੋਰਚਾ ਲਾ ਕੇ ਬੈਠੇ ਆ ਪੱਕੇ ਤੌਰ ਤੇ ਵੀ ਸਾਨੂੰ ਦੱਸਿਆ ਜਾਵੇ ਤੇ ਕੋਈ ਦਾਦ ਫਰਿਆਦ ਨਹੀਂ ਹੈਗੀ। ਸਾਰੇ ਕਹਿੰਦੇ ਜਿੱਥੇ ਵੀ ਗਏ ਠੀਕ ਠਾਕ ਨੇ, SGPC ਜਿੱਥੇ ਵੀ ਗਏ ਠੀਕ। ਉਹ ਦੱਸ ਦਿਓ ਕਿੱਥੇ ਹੈਗੇ, ਸੰਗਤ ਜਾ ਕੇ ਵੇਖ ਲਿਓ ਉਹਨਾਂ ਨੂੰ। ਇਸੇ ਕਰਕੇ ਇਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਵੀ 18 ਸਤੰਬਰ 2011 ਨੂੰ ਚੋਣ ਹੋਈ ਸੀ SGPC ਦੀ ਜੀ, ਜਿਹੜੀ 2016 ਚ ਹੋਣੀ ਸੀ, ਉਹ ਚੋਣ ਨਹੀਂ ਹੋ ਸਕੀ। ਉਹਦੇ ਕਈ ਕਾਰਨ ਸੀ, ਉਹ ਲੰਮੀ ਗੱਲਬਾਤ ਦੀ ਡਿਸਕਸ ਨਹੀਂ ਕਰਦੇ। ਲੇਕਿਨ ਹੁਣ ਚੋਣ ਕਰਾਈ ਜਾਵੇ। ਪਿਛਲੇ ਸਾਲ ਹਾਈ ਕੋਰਟ ਦੇ ਦੇਸ਼ਾਂ ਤੇ ਕੇਂਦਰ ਦੇ ਦੇਸ਼ਾਂ ਦੇ ਉੱਤੇ ਪੰਜਾਬ ਸਰਕਾਰ ਨੇ ਜਸਟਿਸ SS ਸਾਰੋ ਨੂੰ ਬਕਾਇਦਾ ਤੌਰ ਤੇ ਗੁਰਦੁਆਰਾ ਚੋਣ ਕਮਿਸ਼ਨ ਦਾ ਚੇਅਰਮੈਨ ਲਾਤਾ ਜੀ। ਇੱਕ ਸਾਲ ਉਹਨੂੰ ਦਫ਼ਤਰ ਹੀ ਨਹੀਂ ਦਿੱਤਾ, ਸਾਲ ਬਾਅਦ ਆ ਕੇ ਦਫ਼ਤਰ ਦੇਤਾ, ਲੇਕਿਨ ਅਜੇ ਵੀ ਇਨਫਰਾਸਟ੍ਰਕਚਰ ਪੂਰਾ ਦਿੱਤਾ ਗਿਆ, ਪੂਰੇ ਬੰਦੇ ਨਹੀਂ ਦਿੱਤੇ ਗਏ, ਜਿਹਦੇ ਕਰਕੇ ਅਜੇ ਵੀ ਘਾਟ ਚੱਲ ਰਹੀ ਹੈ ਜੀ।
ਇਹਨਾਂ ਨੇ ਮੰਗ ਪੱਤਰ ਦੇ ਕੇ ਕਿਹਾ ਵੀ ਇੱਕ ਤੇ ਜਸਟਿਸ ਸਾਰੋ ਨੂੰ ਪੂਰਾ ਸਟਾਫ ਦਿੱਤਾ ਜਾਵੇ, ਸਟਾਫ ਦੇ ਕੇ ਇਮੀਡੀਏਟਲੀ ਵੋਟਾਂ ਬਣਾਈਆਂ ਜਾਣ, ਵੋਟਾਂ ਬਣਾ ਕੇ ਜਿੰਨੀ ਜਲਦੀ ਹੋ ਸਕਦਾ ਇਹ ਐਸਜੀਪੀਸੀ ਦੀ ਚੋਣ ਕਰਾਈ ਜਾਵੇ ਜੀ। 328 ਰੁਪਏ ਦੀ ਕਾਰਵਾਈ ਕੀਤੀ ਜਾਵੇ। 2 ਮੈਂਬਰ ਐਡਜੈਕਟਿਵ ਮੈਂਬਰ ਨੇ, ਐਡਜੈਕਟਿਵ ਦੇ 15 ਮੈਂਬਰ ਹੁੰਦੇ ਆ, 4 ਅਹੁਦੇਦਾਰ ਹੁੰਦੇ, 11 ਮੈਂਬਰ ਹੁੰਦੇ ਆ, ਉਹਨਾਂ ਦੇ ਵਿੱਚ 2 ਮੈਂਬਰ ਸ਼ਾਮਲ ਨੇ ਜਿਹੜੇ ਜਾ ਕੇ ਪੰਜਾਬ ਸਰਕਾਰ ਕੋਲ ਰੋਣਾ ਰੋਏ ਆ ਜਿਹੜੀ ਐਸਜੀਪੀਸੀ ਉਹ ਤਾਂ ਕੁਝ ਕਰਨ ਲਈ ਤਿਆਰ ਨਹੀਂ, ਤੁਸੀਂ ਕੁਝ ਕਰਕੇ ਵਿਖਾ ਦਿਓ, ਤੁਸੀਂ ਚੋਣ ਕਰਾ ਦਿਓ ਜੀ। 905 813 1320 ਸਾਡੇ ਨਾਲ ਕਾਲਰ ਨੇ, ਅਸੀਂ ਪਹਿਲੀ ਕਾਲ ਆਉਂਦੀ ਹੈ ਲੈਂਦੇ ਜੀ। 905 813 1320 ਤੁਹਾਡਾ ਕੋਈ ਵੀ ਸਵਾਲ ਜਵਾਬ ਹੋਵੇ 905 813 1320 905 813 1320 ਲੈਂਦੇ ਪਹਿਲੀ ਕਾਲ ਆਉਂਦੀ ਹੈ ਜੀ। ਵੀਰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੱਟੀ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੱਟੀ ਸਾਹਿਬ, ਮੈਂ ਦੇਖਦਾ ਸੀਗਾ ਵੀ ਆ ਫੇਸਬੁੱਕ ਤੇ, ਪਤਾ ਨਹੀਂ ਸ਼ਾਇਦ ਤੁਸੀਂ ਕਵਰ ਕਰਤਾ ਹੋਵੇ ਕਿਉਂਕਿ ਮੈਂ ਥੋੜਾ ਜਿਹਾ ਕੰਮ ਤੇ ਆ ਜੀ। ਤੇ ਸਿੱਧੂ ਦੇ ਦੀ ਅਸਤੀਫੇ ਨੂੰ ਮਨਜ਼ੂਰ ਕਰਾਉਣ ਤੇ ਆਪ ਲੀਡਰੀ ਲੈਣ ਬੇਅੰਤ ਸਿੰਘ ਪਰਿਵਾਰ ਤੇ ਸਾਡੇ ਨੇ ਮੁੱਖ ਮੰਤਰੀ ਨੂੰ ਲੈ ਕੇ ਕਹਿੰਦੇ ਹੈਲੀਕਾਪਟਰ ਤੋਂ ਬਾਏ ਪਲੇਨ ਦਿੱਲੀ ਨੂੰ ਪਹੁੰਚੇ ਆ ਜੀ। ਕੀ ਹਿਸਾਬ ਕਿਤਾਬ ਹੈ ਜੀ? ਇਹ ਕੋਈ ਸੱਚ ਹੈ ਜਾਂ ਝੂਠ ਹੈ ਜੀ? ਤੇ ਇੱਕ ਨਾਲ ਜਿਹੜਾ ਹੈਗਾ ਵੀ ਅੱਗੇ ਆਮ ਲੋਕ ਕੁਝ ਕਹਿੰਦੇ ਸੀਗੇ ਵੀ ਸਿੱਧੂ ਜੀ ਮੁੱਖ ਮੰਤਰੀ ਦੇ ਨਾਲ ਉਂਗਲੀ ਫੜਾਈ ਫਿਰਦਾ ਹੈ, ਤੇ ਜੇ ਹੁਣ ਸਿੱਧੂ ਨਹੀਂ ਤਾਂ ਹੁਣ ਮਨਪ੍ਰੀਤ ਪੂਰਾ ਮੋਢੇ 'ਚ ਮੋਢਾ ਵਸਾਈ ਬੈਠਾ ਹੁੰਦਾ ਜੀ। ਤੇ ਮੈਨੂੰ ਲੱਗਦਾ ਵੀ ਬਲੱਡ ਲਾਈਨ ਤਾਂ ਬਾਦਲ ਪਰਿਵਾਰ ਦੀ ਹੈ। ਇੱਥੇ ਕਾਂਗਰਸ ਦੇ ਵੀ ਜਿਹੜਾ ਘਮਸਾਨ ਪੈ ਰਿਹਾ ਵੀ, ਸਾਨੂੰ ਤਾਂ ਇਹ ਲੱਗਦਾ ਵੀ ਮੇਰੇ ਖਿਆਲ 'ਚ ਅੰਦਰ ਬੈਠਾ ਇਹੀ ਸਾਰਾ ਕੁਝ ਕਰਾ ਰਿਹਾ ਮਨਪ੍ਰੀਤ ਬਾਦਲ ਜੀ। ਇਹਦੇ ਬਾਰੇ ਦੱਸਿਓ ਮਾੜਾ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੋ ਕਿਹਾ ਜੀ ਬਿਲਕੁਲ ਠੀਕ ਕਿਹਾ। ਉਹ ਬੜਾ ਮੀਸਣਾ ਬੰਦਾ ਵਾ ਮਨਪ੍ਰੀਤ ਬਾਦਲ, ਮੀਸਣਾ ਜੀ, ਜੋ ਤਾਂ ਠੀਕ ਕਿਹਾ। ਲੇਕਿਨ ਜਿਹੜੀ ਤੁਸੀਂ ਸਿੱਧੂ ਦੀ ਗੱਲ ਕੀਤੀ ਵੀ ਉਹਦੀ ਪ੍ਰਧਾਨਗੀ ਖੋਣ ਦੀ, ਉਹ ਇੰਨੀ ਸੌਖੀ ਨਹੀਂ। ਉਹ ਇਸ ਗੱਲ ਦਾ ਵਾ ਵੀ ਅੱਜ ਤੋਂ 4 ਦਿਨ ਪਹਿਲਾਂ ਜਿਹੜੀ ਸਿੱਧੂ ਦੀ ਤੇ ਚੰਨੀ ਦੀ ਮੀਟਿੰਗ ਬਕਾਇਦਾ ਤੌਰ ਤੇ ਪੰਜਾਬ ਭਵਨ ਚੰਡੀਗੜ੍ਹ 'ਚ ਹੋਈ ਸੀਗੀ। ਉਸ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਚੰਨੀ ਹੋਰੀ ਆਪਣਾ ਅਸਤੀਫਾ ਆਪਣੀ ਜੇਬ 'ਚ ਪਾ ਕੇ ਲੈ ਕੇ ਗਏ ਸੀ। ਉਹਨੂੰ ਕਹਿਤਾ ਸੀ ਭਾਈ ਜੇ ਤੈਨੂੰ ਮੈਂ ਨਹੀਂ ਚੰਗਾ ਲੱਗਦਾ ਤੇ ਆ ਮੇਰਾ ਅਸਤੀਫਾ ਲੈ ਜਾ, ਤੇ ਜਿਹਨੂੰ ਮਰਜ਼ੀ ਦੇ ਦੇ, ਮੈਂ ਛੱਡਿਆ, ਤੂੰ ਆਪ ਬਣਨੇ ਆਪ ਬਣ ਜਾ। ਤੂੰ ਮੇਰਾ ਨਾਂ ਪ੍ਰਪੋਜ਼ ਕੀਤਾ ਸੀ ਚੰਨੀ ਨੂੰ ਬਣਾ ਦੇ, ਜੇ ਬਣਾਤਾ ਤਾਂ ਤੂੰ ਲੈਦਾ ਫਿਰ ਮੇਰਾ ਕੋਈ ਗੱਲ ਨਹੀਂ। ਉਸ ਤੋਂ ਬਾਅਦ ਪੂਰੀ ਮੀਟਿੰਗ ਜਿਹੜੀ ਆ ਸਿੱਧੂ ਨੇ ਕੋਈ ਗੱਲ ਨਹੀਂ ਸੀ ਕੀਤੀ, ਬੋਲਣ ਦੀ ਹਿੰਮਤ ਨਹੀਂ ਸੀ। ਮੀਟਿੰਗ ਖਤਮ ਹੋ ਗਈ। ਮੀਟਿੰਗ 'ਚ ਫੈਸਲਾ ਹੋ ਗਿਆ ਵੀ ਇਹ ਦੋਵੇਂ ਬੰਦੇ ਬਦਲੇ ਜਾਣ। ਜੀਪੀ ਉਹ ਨਹੀਂ ਬਦਲੇ ਗਏ। ਉਹਨੇ ਕਹਿਤਾ ਵੀ ਡੀਜੀਪੀ ਜਿਹੜਾ ਵਾ ਬਿਲਕੁਲ ਟੈਂਪਰੇਰੀ ਤੇ ਆ, ਅਡੋਗ ਤੇ ਆ, 10 ਬੰਦੇ ਦੇ ਨਾਂ ਭੇਜਤੇ ਆ, 3 ਉੱਥੋਂ ਰਿਕਮੈਂਡ ਹੋ ਕੇ ਤਿੰਨਾਂ 'ਚ ਜਿਹੜਾ ਚੰਗਾ ਲੱਗੂ ਲਾ ਲਾਂਗੇ ਆਪਾਂ, ਕੋਈ ਗੱਲ ਨਹੀਂ ਜੀ। ਗੱਡ ਨਾ ਕੱਟਾ ਤੁਸੀਂ ਬੰਨ ਦਿਓ ਨਾ ਬੰਨੋ। ਦੂਸਰੀ ਚੀਜ਼ ਐਡਵੋਕੇਟ ਜਨਰਲ ਦੀ ਗੱਲ ਆ, ਉਹ ਕਹਿੰਦਾ ਭਾਈ ਮੇਰੀ ਚੁਆਇਸ ਨਹੀਂ, ਆਪਣੇ ਅਕਾਬਾਂ ਨੂੰ ਪੁੱਛ ਜਾ ਕੇ ਦਿੱਲੀ ਇਹਨਾਂ ਦੀ ਚੁਆਇਸ ਤੇ ਨੂੰ ਲਾਇਆ ਗਿਆ ਵਾ, ਫਿਰ ਵੀ ਅਸੀਂ ਕਰ ਦਿੰਦੇ ਹਾਂ। ਇਹਦੇ ਬਰਾਬਰ ਤੇ ਇੱਕ ਸਪੈਸ਼ਲ ਪ੍ਰੋਸੀਕਿਊਟਰ ਲਾ ਦਿੰਦੇ ਆਤਾ ਉਹਨਾਂ ਨੇ, ਰਾਜਵਿੰਦਰ ਸਿੰਘ ਬੈਂਸ ਨੇ। ਇਹ ਗੱਲ ਤੁਸੀਂ ਕਹਿੰਦੇ ਹੋ ਸਿੱਧੂ ਅਜੇ ਵੀ ਰੱਟ ਲਾਈ ਜਾਂਦਾ ਵੀ ਮੇਰੀ ਇਹ ਮੰਗ ਪੂਰੀ ਨਹੀਂ ਹੋਈ ਅਜੇ ਤੱਕ। ਸਿੱਧੂ ਨੇ ਜਿਹੜਾ ਕੱਲ ਧਰਨਾ ਦਿੱਤਾ ਸੀ ਉਹ ਬਕਾਇਦਾ ਤੌਰ ਤੇ ਐਜ ਏ ਪ੍ਰਧਾਨ ਦਿੱਤਾ ਸੀ, ਲੇਕਿਨ ਸਿੱਧੂ ਦੀ ਇੱਕ ਗੱਲ ਤੁਸੀਂ ਨੋਟ ਕੀਤੀ ਹੋਵੇ, ਮੈਂ ਕਿਤੇ ਕਾਂਗਰਸ ਦਾ ਨਾਂ ਨਹੀਂ ਲਿਆ, ਇਨਕਲਾਬ ਜਿੰਦਾਬਾਦ ਕਿਹਾ, ਤਾਨਾਸ਼ਾਹ ਸਰਕਾਰ ਜਿੰਦਾਬਾਦ ਕਿਹਾ ਵਾ, ਮੋਦੀ ਸਰਕਾਰ ਮੁਰਦਾਬਾਦ ਕਿਹਾ ਵਾ ਜੀ। ਗੱਲਾਂ ਕਾਊਂਟ ਕਰਦੀਆਂ ਨੇ। ਅਗਲੀ ਗੱਲ, ਸਿੱਧੂ ਨੂੰ ਜਲਾਉਣ ਵਾਸਤੇ 2 ਬੰਦੇ ਜ਼ਰੂਰ ਨਾਲ ਗਏ, ਕਿਉਂਕਿ ਕੱਲ ਦਾ ਜਿਹੜਾ ਧਰਨਾ ਸੀ ਸਿੱਧੂ ਨੇ ਦਿੱਤਾ ਉਹ ਚੰਨੀ ਸ਼ਾਮਲ ਨਹੀਂ ਹੋਇਆ। ਗਾਂਧੀ ਭਵਨ ਜਿਹੜਾ ਦਿੱਤਾ ਸਵੇਰੇ ਦਿੱਤਾ ਪਰ ਚੰਨੀ ਨੇ ਦਿੱਤਾ, ਸਿੱਧੂ ਸ਼ਾਮਲ ਨਹੀਂ ਹੋਇਆ। ਸਿੱਧੂ ਚੰਡੀਗੜ੍ਹ 'ਚ ਹੈਗਾ ਸੀਗਾ। ਕੋਆਰਡੀਨੇਸ਼ਨ ਮਨਪ੍ਰੀਤ ਕਰਕੇ ਨਹੀਂ ਬਹਿਣੀ। ਮੈਂ ਦੱਸ ਦਿਆਂ, ਉਹ ਗਏ ਨੇ ਅੱਜ ਦਿੱਲੀ ਗਏ ਨੇ।
ਦਿੱਲੀ ਬਕਾਇਦਾ ਤੌਰ ਤੇ ਰਜਿੰਦਰਾ ਗਾਰਡਨ ਚੋਂ ਜਿੱਥੋਂ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਤੇ ਹੈਲੀਕਾਪਟਰ ਉੜਦੇ ਨੇ, ਇਹਨਾਂ ਦੀਆਂ ਰਿਹਾਇਸ਼ਾਂ ਉੱਥੇ ਰੱਖਣ ਦੇ ਬਿਲਕੁਲ ਸਾਹਮਣੇ ਨੇ ਜੀ। ਉਹ ਜਦੋਂ ਹੈਲੀਕਾਪਟਰ ਉੱਡਿਆ, ਹੈਲੀਕਾਪਟਰ ਉੱਡ ਕੇ ਉਹ ਚੰਡੀਗੜ੍ਹ 에ਅਰਪੋਰਟ ਤੇ ਉਤਰਿਆ। ਚੰਡੀਗੜ੍ਹ 에ਅਰਪੋਰਟ ਤੋਂ ਜਿਹੜੇ ਸੀ ਵੇਟ ਕਰ ਰਹੇ ਸੀ ਰਵਨੀਤ ਸਿੰਘ ਬਿੱਟੂ ਤੇ ਕੁਲਜੀਤ ਸਿੰਘ ਨਾਗਰਾ, ਚੰਨੀ ਦੇ ਨਾਲ ਦੋਵੇਂ ਗਏ ਨੇ ਦਿੱਲੀ, ਕਿਉਂਕਿ ਅੱਜ 6 ਵਜੇ ਬਕਾਇਦਾ ਤੌਰ ਤੇ ਸ਼ਾਹ ਹੋਮ ਮਿਨਿਸਟਰ ਆਫ ਇੰਡੀਆ ਨਾਲ ਉਹਦੀ ਮੁਲਾਕਾਤ ਸੀ ਮੁੱਖ ਮੰਤਰੀ ਦੀ। ਪਹਿਲੀ ਮੁਲਾਕਾਤ ਸੀ, ਪਲੇਠੀ ਮੁਲਾਕਾਤ ਸੀ। ਜਦੋਂ ਕਿ ਮੁੱਖ ਮੰਤਰੀ ਬਣਦਾ ਉਹ ਪ੍ਰਧਾਨ ਮੰਤਰੀ ਨੂੰ ਮਿਲਦਾ, ਹੋਮ ਮਿਨਿਸਟਰ ਨੂੰ ਮਿਲਦਾ। ਅਬ ਨਾਲ ਜਦੋਂ ਇਹ ਉੱਥੇ ਗਏ ਕਪੂਰਥਲਾ ਭਵਨ ਦੇ ਵਿੱਚ, ਉੱਥੇ ਪ੍ਰਤਾਪ ਸਿੰਘ ਬਾਜਵਾ ਵੀ ਸੀਗਾ। ਚੌਂ ਦੀ ਮੀਟਿੰਗ ਹੋਈ ਆ, ਕੀ ਮੀਟਿੰਗ ਹੋਈ ਇਹਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਮਿਲੀ, ਲੇਕਿਨ ਸਿੱਧੂ ਕੋਲੋਂ ਪ੍ਰਧਾਨਗੀ ਖੋਣੀ ਇਹਨਾਂ ਦੇ ਵੱਸ ਦਾ ਰੋਗ ਇੰਨਾ ਨਹੀਂ ਹੈਗਾ। ਸਿੱਧੂ ਆਪ ਛੱਡ ਦੇਵੇ ਵੱਖਰੀ ਗੱਲ ਆ ਜੀ, ਉਹਦਾ ਹਾਈ ਕਮਾਂਡ ਨੇ ਪ੍ਰਧਾਨਗੀ ਉਹਦੇ ਕੋਲ ਨਹੀਂ ਖੋਣੀ ਕਿਸੇ ਵੀ ਸੂਰਤ ਦੇ ਵਿੱਚ। ਇਹ ਗਏ ਜ਼ਰੂਰ ਨੇ, ਅਜੇ ਤੱਕ ਮੇਰੇ ਖਿਆਲ ਇਨਫੋਰਮੇਸ਼ਨ ਨਹੀਂ ਆਈ ਕਿ ਉਹਨਾਂ ਦੀ ਪ੍ਰਧਾਨ ਜਿਹੜੀ ਪਾਰਟੀ ਪ੍ਰਧਾਨ ਨਾ ਰਾਹੁਲ ਨਾ ਪ੍ਰਿੰਕਾ ਤਾਂ ਜੇਲ੍ਹ ਚ ਜੀ, ਉੱਥੇ ਫਰੀ ਵਿਚਾਰੀ, ਜਾਂ ਸੋਨੀਆ ਨਾਲ ਕੋਈ ਗੱਲਬਾਤ ਹੋਈ ਕਿ ਨਹੀਂ, ਇਹਦੀ ਕੋਈ ਜਾਣਕਾਰੀ ਨਹੀਂ ਮਿਲੀ। ਲੇਕਿਨ ਸ਼ਾਹ ਨਾਲ ਜ਼ਰੂਰ ਮੁਲਾਕਾਤ ਹੋਈ ਹੈ ਚੰਨੀ ਜੀ ਦੀ। ਜੀ। ਅਸੀਂ ਸ਼ਾਹ ਨੇ ਬਕਾਇਦਾ ਤੌਰ ਤੇ ਕਿਹਾ ਜੀ ਵੇਖੋ ਜੀ, ਜਿਹੜਾ ਬਾਰਡਰ ਸੀਲ ਰੱਖੋ, ਬਕਾਇਦਾ ਤੌਰ ਤੇ ਖਿਆਲ ਰੱਖੋ ਜੀ, ਬਿਲਕੁਲ ਸਤਰਕ ਆ, ਅਸੀਂ ਪਾਕਿਸਤਾਨ ਤੋਂ ਕਿਸੇ ਕਿਸਮ ਦੀ ਘੁੱਟਪੈਠ ਨਹੀਂ ਹੋਣ ਦੇਵਾਂਗੇ। ਜੀ 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 ਜੀ। ਦੂਸਰੀ ਚੀਜ਼ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਅਸੀਂ ਬੜੀ ਤਰੱਦਰ ਨਾਲ ਖੋਲਿਆ ਸੀ, ਬੜੀ ਮੁਸਤੈਦੀ ਨਾਲ ਖੋਲਿਆ ਸੀਗਾ। ਪ੍ਰਧਾਨ ਮੰਤਰੀ ਸਾਹਿਬ ਆਪ ਗਿਆ ਸੀ ਉੱਥੇ ਕੀਤਾ ਕੱਟਣ ਵਾਸਤੇ। ਹੁਣ ਕੋਰੋਨਾ ਖਤਮ ਹੋ ਗਿਆ, ਲਗਭਗ ਖਤਮ ਹੋਇਆ ਗਿਆ, ਪਾਕਿਸਤਾਨ ਨੇ ਖੋਲਤਾ ਜੀ, ਅਸੀਂ ਖੋਲ ਦਈਏ ਤੇ ਕਿੰਨੀ ਚੰਗੀ ਗੱਲ ਹੋ। ਨੂੰ ਪਤਾ ਹੋਏਗਾ ਜਿਹੜੀ ਪਿਛਲੀ ਮੀਟਿੰਗ ਹੈ ਜੇ ਮੁੱਖ ਮੰਤਰੀ ਕੀਤੀ ਸੀ, ਮੁੱਖ ਮੰਤਰੀ ਬਾਅਦ ਕੀਤੀ ਸੀ, ਸਾਬਕਾ ਮੁੱਖ ਮੰਤਰੀ ਤੌਰ ਤੇ ਕੀਤੀ ਸੀ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਸੀ ਮੈਂ ਕਰਤਾਰਪੁਰ ਸਾਹਿਬ ਲਾਂਘੇ ਕਰਕੇ ਆਏਗਾ। ਇਸ ਕਰਕੇ ਇਹ ਕਹਿੰਦੇ ਦੋ ਗੱਲਾਂ ਹੋਈਆਂ ਨੇ, ਇੱਕ ਸਿਕਿਉਰਿਟੀ ਦੀ ਗੱਲ ਹੋਈ ਆ, ਇੱਕ ਬਕਾਇਦਾ ਤੌਰ ਤੇ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਆ। ਉਮੀਦ ਆ ਕਿ ਉਹਨਾਂ ਹਾਨੀ ਭਰੀ ਤੇ ਜਲਦੀ ਦੇ ਬਾਰੇ ਸੋਚਾਂਗੇ ਜੀ। ਅਗਲੀ ਗੱਲ ਉਹਨਾਂ ਕੀ ਗੱਲ ਕਹੀ, ਉਹਨਾਂ ਕਿਹਾ ਲਖਮੀਰਪੁਰ ਜਿਹੜਾ ਕਾਂਡ ਹੋਇਆ ਉਹ ਜਲਿਆਂਵਾਲੇ ਬਾਗ ਦਾ ਦੂਸਰਾ ਰੂਪ, ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇ, ਕਿਸੇ ਕੀਮਤ। ਅਜੇ ਤੱਕ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸੀ, ਨਾ ਉੱਤੇ ਪ੍ਰਧਾਨ ਮੰਤਰੀ ਬੋਲਿਆ, ਨਾ ਉੱਤੇ ਗ੍ਰਹਿ ਮੰਤਰੀ ਬੋਲਿਆ। ਪ੍ਰਧਾਨ ਮੰਤਰੀ ਸਾਹਿਬ ਇੱਕ ਨਵੀਂ ਯੋਜਨਾ ਸ਼ੁਰੂ ਕਰ ਰਹੇ ਨੇ, ਉਹ ਲਖਨਊ ਗਏ ਨੇ। ਪ੍ਰਿੰਕਾ ਗਾਂਧੀ ਨੇ ਟਿੱਪਣੀ ਕੀਤੀ ਤੇ ਪ੍ਰਿੰਕਾ ਗਾਂਧੀ ਆਪਣੀ ਫੇਸਬੁੱਕ ਤੇ ਪਿਆ ਵੀ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਲਖਨਊ ਆਏ ਹੋ, ਖੁਸ਼ੀਆਂ ਮਨਾ ਰਹੇ ਹੋ, ਇੱਥੇ ਆ ਕੇ ਵੇਖੋ ਕੀ ਬਣ ਗਿਆ। ਪਾਣੀ ਕਿਹਨਾਂ ਦਾ ਰਿਹਾ? ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨ੍ਹਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਵਾ, ਅੰਡੇਮਾਨ ਤੇ ਨਿਕੋਬਾਰ ਦੀਆਂ ਜੇਲ੍ਹਾਂ ਜਿਹਨਾਂ ਸਭ ਤੋਂ ਵੱਧ ਕੱਟੀਆਂ ਨੇ, ਭੁਗੀਆਂ ਨੇ, ਸ਼ਹਾਦਤਾਂ ਪਾਈਆਂ ਨੇ, ਉਹਨਾਂ ਨੂੰ ਹੋ ਰਿਹਾ। ਦੇਸ਼ ਦੇ ਪਰਵਾਨੇ ਉਹ ਨੇ ਜੀ, ਉਹਨਾਂ ਨਾਲ ਧੱਕੇਸ਼ਾਹੀ ਹੋਈ ਕਿਉਂ ਨਹੀਂ, ਤੁਸੀਂ ਆ ਕੇ ਵੇਖਦੇ ਇੱਥੇ। ਜੀ ਜੀ ਜੀ। ਇਸ ਕਰਕੇ ਉਹਨਾਂ ਨੇ ਪ੍ਰਿੰਕਾ ਦੀ ਲਾਂਘ ਜ਼ਰੂਰ ਪਾਈ ਆ, ਅੱਗੇ ਵੇਖੋ ਉਹਨੇ ਕੀ ਹੁੰਦੀ ਜੀ। ਪਹਿਲਾਂ ਪੱਟੀ ਸਾਹਿਬ ਸਾਰਿਆਂ ਦੇ ਕੁਐਸਚਨ ਸੁਣ ਲੈਣੇ 1 ਬਾਈ 1, ਫਿਰ ਤੁਸੀਂ ਇਕੱਠਾ ਹੀ ਜਵਾਬ ਦੇ ਦਿਓ ਜੀ। ਬਿਲਕੁਲ ਜਵਾਬ ਦੇ ਦੇਵਾਂਗੇ ਜੀ। ਲੈਂਦੇ ਆ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ, ਔਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਆ ਜੀ, ਜਿਹੜਾ ਪ੍ਰੋਗਰਾਮ ਦੇ ਵਿੱਚ ਵਾਧਾ ਹੋਇਆ ਔਰ ਬੜੀ ਵਧੀਆ ਅਚੀਵਮੈਂਟ ਹੈ ਜੀ। ਥੈਂਕ ਯੂ ਸੋ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਵੀ, ਤੁਹਾਡੀ ਟੀਮ ਨੂੰ ਔਰ ਸਰੋਤਿਆਂ ਨੂੰ ਜੀ। ਦੂਜਾ ਸਰਦਾਰ ਜਸਵੀਰ ਸਿੰਘ ਜੀ, ਮੈਂ ਇੱਕ ਮਾੜੀ ਜਿਹੀ ਰਿਕੁਐਸਟ ਕਰਨੀ ਸੀ, ਇੱਕ ਹੋਰ ਮੋਰਚਾ ਜਿਹੜਾ ਹੈ ਨਾ ਉਹਦੇ ਬਾਰੇ ਵੀ ਕਦੀ ਕਦੀ ਥੋੜਾ ਜਿਹਾ ਦੱਸਿਆ ਕਰੋ। ਉਹ ਜਿਹੜਾ 1 ਸਾਲ ਤੋਂ ਵੱਧ ਹੋ ਗਿਆ, ਸ਼੍ਰੋਮਣੀ ਕਮੇਟੀ ਪ੍ਰਧਾਨ ਪਹਿਲਾਂ ਲੌਂਗੋਵਾਲ ਦੇ ਘਰ ਦੇ ਮੂਹਰੇ ਲਾਇਆ ਹੋਇਆ ਸੀਗਾ, ਤੇ ਹੁਣ ਜਦੋਂ ਦੀ ਮਿਸ ਜਗੀਰ ਕੌਰ ਬਣੀ ਹੈ ਇਹਦੇ ਘਰ ਦੇ ਮੂਹਰੇ ਵੀ ਲਾਇਆ ਹੋਇਆ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ। ਉਹਦੇ ਬਾਰੇ ਜ਼ਰੂਰ ਥੋੜੀ ਨਾਲ ਦੀ ਨਾਲ, ਕਿਉਂਕਿ ਕੌਮ ਨੂੰ ਪਤਾ ਲੱਗਦਾ ਰਹੇ ਕੋਈ ਕੰਮ ਕਰ ਰਿਹਾ ਉੱਥੇ ਇਸ ਮੁੱਦੇ ਤੇ ਵੀ। ਤੇ ਦੂਜਾ ਸਰ, ਅੱਜ 93 ਜਾਂ 94 ਦਿਨ ਹੋ ਗਏ ਆ, ਉੱਥੇ ਗ੍ਰਿਫਤਾਰੀ ਵੀ ਦਿੰਦਾ ਜਥਾ ਹਰ ਰੋਜ਼ ਬਿਨਾਂ ਨਾਗਾ, 93 ਜਾਂ 94 ਦਿਨ ਹੋ ਗਏ ਜੀ। ਸੋ ਪਲੀਜ਼ ਉਹਦੇ ਬਾਰੇ ਥੋੜਾ ਜਿਹਾ
ਹਫ਼ਤੇ 'ਚ ਇੱਕ ਅੱਧੀ ਵਾਰੀ ਜ਼ਰੂਰ ਮੇਰੀ ਬੇਨਤੀ ਆ ਵੀ ਅਪਡੇਟ ਕਰ ਦਿਆ ਕਰੋ ਇਹ ਕੀ ਚੱਲ ਰਿਹਾ। ਹਾਂਜੀ ਨਹੀਂ, ਉਹ ਤੁਹਾਡੀ ਗੱਲ ਠੀਕ ਹੈ ਜੀ, ਅਸੀਂ ਕਰਨ ਲਈ ਤਿਆਰ ਹਾਂ, ਅਸੀਂ ਕਰਿਆ ਕਰਾਂਗੇ, ਜ਼ਰੂਰ ਕਰਾਂਗੇ ਉੱਥੇ, ਜੀ, ਕੋਈ ਗੱਲ ਜੀ ਨਹੀਂ। ਜੀ ਲੇਕਿਨ ਸਿਰਫ ਉਹਨੂੰ ਇੱਕ ਪਾਰਟੀ ਦਾ ਨਹੀਂ ਬਣਾਉਣਾ ਚਾਹੀਦਾ, ਉਹ ਸਮੁੱਚੇ ਜੀ। ਪੰਥ ਦਾ ਬਣਾਉਣਾ ਚਾਹੀਦਾ। ਪਤਾ ਨਹੀਂ ਪੰਥ ਦਾ ਕੋਈ ਮੋਰਚਾ ਬਣ ਕਿਉਂ ਨਹੀਂ ਰਿਹਾ। ਨਹੀਂ ਗੱਲ ਤੁਹਾਡੀ ਠੀਕ ਆ, ਪਾਰਟੀ ਦਾ ਪਰ ਬਣ ਕੇ ਬੰਦਾ ਹੁਣ ਬੂਸਟ ਨਹੀਂ ਮਿਲ ਸਕਿਆ ਉਹਨੂੰ। ਜੇਕਰ ਕਿਸੇ ਦਾ ਧਿਆਨ ਨਹੀਂ ਮੋਰਚਾ ਵਧੀਆ ਸੀ, ਮਾੜੀ ਗੱਲ ਕੋਈ ਆ, ਮੇਰਾ ਖਿਆਲ ਕ੍ਰੈਡਿਟ ਦੇ ਦੇਣਾ ਚਾਹੀਦਾ ਜੀ। ਹਾਂਜੀ ਹਾਂਜੀ ਹੈਗਾ ਤਾਂ ਕੌਮ ਦਾ ਸਾਂਝਾ ਕਾਪੀ ਹੈ ਇਹਦੇ 'ਚ, ਤਾਂ ਕਿ ਵੱਧ ਚੜ ਕੇ ਬਾਕੀ ਵੀ ਹੋਰ ਵੀ, ਕਿਉਂਕਿ ਮੀਡੀਆ ਉੱਥੇ ਵੀ ਘੱਟੇ ਹੀ ਕਵਰ ਕਰ ਰਿਹਾ, ਪਹਿਰੇਦਾਰ ਤੋਂ ਇਲਾਵਾ ਕੋਈ ਖਬਰ ਨਹੀਂ ਲਾਉਂਦਾ ਉਸ ਚੀਜ਼ ਦੀ। ਸੋ ਲੱਗਦੀ ਕਿ ਮੇਰੀ ਰਿਕੁਐਸਟ ਆ, ਬਾਕੀ ਲੱਗਦੀ ਤੁਹਾਡੀ ਜੀ, ਥੈਂਕ ਯੂ ਸੋ ਮਚ। ਸਪੋਕਸਮੈਨ ਪੋਸਟ ਵੀ ਲੱਗਦੀ ਆ, ਦੋ ਤਿੰਨ ਖਬਰ ਅੱਛੀ ਲੱਗਦੀ, ਖਬਰ ਲੱਗਦੀ ਹੈ ਜੀ। ਲੋ ਜੀ, ਲੈਂਦੇ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ। ਪੱਟੀ ਸਾਹਿਬ, ਇੱਕ ਮਾੜਾ ਜਿਹਾ ਦੱਸਿਓ, ਛੋਟੀ ਜੀ ਖਬਰ, ਕੋਈ ਕਿਸੇ ਅਖਬਾਰ ਚ ਵਿੱਚ ਇਹ ਛਪੀ ਹੈ ਖਬਰ ਕਿ ਜਿਹੜਾ ਆਪਣੇ ਕਿਸਾਨ ਮੋਰਚਾ ਰਾਜੇਵਾਲ ਸਾਹਿਬ ਨੇ ਵੀ ਉਹ ਕੈਪਚਰ ਕਰ ਲਿਆ ਤੇ ਸਰਕਾਰ ਦੇ ਨਾਲ ਉਹਦੀ ਸਾਂਢ ਗਾਂਢ ਹੈ? ਜੀ, ਥੈਂਕ ਯੂ ਸੋ ਮਚ ਜੀ। ਸੁਣਿਓ ਜੀ। ਜੇ ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੁਣਿਆ ਹੋਵੇ ਤਾਂ ਸ਼ੁਰੂ ਉਹਨਾਂ ਦੀ ਗੱਲ ਤੋਂ ਕੀਤਾ ਸੀ ਜੀ ਬਿਲਕੁਲ, ਮੈਂ ਉੱਥੇ ਹੀ ਆਉਣ ਲੱਗਾ ਸੀ। ਚਲੋ, ਜਿਸ ਤਰੀਕੇ ਨਾਲ ਸਰਕਾਰ ਦੀ ਲਾਪਾ ਕੀਤੀ ਅੱਜ ਰਾਜੇਵਾਲ ਸਾਹਿਬ ਨੇ ਸਟੇਜ ਦੇ ਉੱਤੇ ਜੀ, ਸੁਪਰੀਮ ਕੋਰਟ ਦੀ ਕੀਤੀ ਆ, ਉਹਦੇ ਤੋਂ ਨਹੀਂ ਲੱਗਦਾ ਵੀ ਰਾਜੇਵਾਲ ਸਾਹਿਬ ਦੀ ਸਰਕਾਰ ਨਾਲ ਗੱਲਬਾਤ ਹੋਊ। ਜੀ। ਲੈਂਦੇ ਆ ਅਸੀਂ, ਸੌਰੀ ਕਾਲਸ ਡ੍ਰੌਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 905 813 1320 905 813 1320। ਰੰਗਲਾ ਪੰਜਾਬ ਸਵੇਰ ਦਾ ਪ੍ਰੋਗਰਾਮ 9 ਤੋਂ 12 ਤੁਸੀਂ ਸੁਣਦੇ ਜਾ ਰਹੇ ਹੋ। ਤੇ ਆਓ ਫਿਰ ਲੈਂਦੇ ਨੈਕਸਟ ਕਾਲ ਔਨ ਦੀ 에ਅਰ, ਸਪਾਂਸਰਡ ਬਾਈ ਕਾਵਿਆ ਹੋਮਮੇਕਰ ਕੇਅਰ ਦੇ ਮੀਤਾ ਉਜ਼ਾ 10 ਕੁਆਰਟਰ ਬੁਲੇਵਾਰਡ ਯੂਨਿਟ 104 ਇਨ ਬ੍ਰੈਂਪਟਨ, ਨੰਬਰ 6477602779। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ MD ਹੋਮਮੇਡ ਇੰਪਰੂਵਮੈਂਟ ਦੇ ਵੀਰ DJ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਆਪਣੇ ਤੁਸੀਂ ਘਰ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਕੰਮ ਕਰਾ ਰਹੇ ਹੋ, ਵੇਅਰ ਹਾਊਸਿੰਗ ਦਾ, ਇਹਨਾਂ ਦਾ ਵੇਅਰ ਹਾਊਸ ਹੈ ਬਹੁਤ ਖੂਬਸੂਰਤ, ਪਲੰਬਿੰਗ ਤੋਂ ਲੈ ਕੇ ਨਟਸ ਬੋਰਡ ਫਾਇਰਪਲੇਸ ਲਾਈਟਿੰਗ ਦਾ, ਪਲੰਬਿੰਗ ਦਾ ਸਮਾਨ ਤਾਂ MD ਹੋਮਮੇਡ ਇੰਪਰੂਵਮੈਂਟ ਵੇਅਰ ਹਾਊਸ ਨੂੰ ਕਾਲ ਕਰ ਸਕਦੇ ਹੋ। 10 ਲਾਈਟ ਬੀਮ ਟੈਰੈਂਸ ਯੂਨਿਟ 24 Mississauga Road and Steeles 9054503007। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ। ਮੈਂ ਤਾਂ ਆਪਣਾ ਸਵਾਲ ਰੱਖ ਰਿਹਾ ਜੀ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ ਜੀ। ਠੀਕ ਹੈ। ਲੋ ਜੀ, ਲਓ ਫਿਰ ਆਪਾਂ ਗੱਲਬਾਤ ਕਰੀਏ ਭੱਟੀ ਸਾਹਿਬ, ਦ ਵਨ ਐਂਡ ਓਨਲੀ ਪ੍ਰਿਯੰਕਾ ਗਾਂਧੀ। ਹਾਲੇ ਤੁਸੀਂ ਜਿੱਦਾਂ ਕਿਹਾ ਕਿ ਜੇਲ੍ਹ ਦੇ ਵਿੱਚ ਨੇ, ਪਰ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀ ਧਾਰਾ 144 ਜਿਹੜੀ ਲੱਗੀ ਆ ਪ੍ਰਿਯੰਕਾ ਗਾਂਧੀ ਦੇ ਅਗੇਂਸਟ, ਉਹਨਾਂ ਨੇ ਇਹ ਵੀ ਕਿਹਾ ਕਿ ਜੇ ਨਹੀਂ ਉਹਨਾਂ ਨੂੰ ਰਿਹਾ ਕਰੋਗੇ ਤੇ ਅਸੀਂ ਪਹੁੰਚਾਂਗੇ UP, ਉਹ ਵੀ ਇੱਕ ਧਰਨਾ ਲੈ ਕੇ। ਸਿੱਧੂ ਸਾਹਿਬ ਦਾ ਬਿਆਨ। ਬਿਲਕੁਲ ਜੀ, ਬਿਲਕੁਲ ਠੀਕ ਹੈ। ਪ੍ਰਿਯੰਕਾ ਗਾਂਧੀ ਰਾਤ ਦੇ 11 ਵਜੇ ਲਖਨਊ ਤੋਂ ਤੁਰੀ ਤੇ ਗੱਡੀਆਂ ਬਦਲਦੀ ਪੁੱਜੀ ਜਾ ਕੇ ਤੇ ਸੀਤਾਪੁਰ ਜਾ ਕੇ ਰੁਕ ਲਿਆ ਇਹਨਾਂ ਨੇ। ਸੀਤਾਪੁਰ ਜਾ ਕੇ ਇੱਕ PSC ਦਾ ਕੋਈ ਛੋਟਾ ਮੋਟਾ ਪੁਰਾਣਾ ਗੈਸਟ ਹਾਊਸ ਸੀ, ਘਾਟਾ ਪੇਗਾ ਸੀ, ਉੱਥੇ ਉਹਨੂੰ ਰੱਖਿਆ ਗਿਆ ਤੇ ਉਹ ਇੰਨਾ ਗੰਦਾ ਸੀ ਵੀ ਝਾੜੂ ਫੜ ਕੇ ਪਹਿਲਾਂ ਸਫਾਈ ਕਰਨੀ ਪਈ ਬੀਬੀ ਦੀ। ਇਹ ਫੋਟੋਆਂ ਛਪੀਆਂ ਤੇ ਕਿਹਾ ਜੋ ਮਰਜ਼ੀ ਕਰ ਲਓ, ਮੈਂ ਵਾਪਸ ਨਹੀਂ ਜਾਣਾ। ਜਿਹੜੇ ਪਰਿਵਾਰਾਂ ਦੇ ਜਿਹੜੇ ਜਵਾਨ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਨੇ ਬੰਦੇ, ਉਹਨਾਂ ਦੇ ਘਰਾਂ ਜਾ ਕੇ ਮੈਂ ਅਫਸੋਸ ਜ਼ਰੂਰ ਕਰਕੇ ਆਊਂਗੀ, ਮਿਲ ਕੇ ਆਊਂਗੀ, ਹੌਸਲਾ ਦੇ ਕੇ ਆਊਂਗੀ। 30 ਘੰਟੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। 30 ਘੰਟੇ ਤੋਂ ਬਾਅਦ ਉਹਦੇ ਖਿਲਾਫ 144 ਦੀ ਕਾਰਵਾਈ ਕਰ ਦਿੱਤੀ ਗਈ ਕਿ ਉਹਨੇ 144 ਤੋੜੀ। ਤੇ ਹੁਣ ਮੈਨੂੰ ਇੰਝ ਲੱਗਦਾ ਵਾ ਬੀਬੀ ਉਹਦੀ ਜਿੰਨ ਚਿਰ ਭੋਗਦੀ ਪੈ ਜਾਂਦਾ ਸ਼ਾਇਦ ਉੱਥੇ ਹੀ ਰਹਿਣ। ਹੁਣ ਉਹਨਾਂ ਦੇ ਹਸਬੈਂਡ ਨੇ, ਵਾਰਡਰਾਂ ਨੇ ਇੰਨੀ ਗੱਲ ਕਹੀ ਆ ਕਿ ਪ੍ਰਿਯੰਕਾ ਵਾਪਸ ਨਹੀਂ ਮੁੜਨਾ, ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹੌਸਲਾ ਦੇ ਕੇ ਆਉਣਾ। ਭਰਾ ਨੇ ਵੀ ਇੰਨੀ ਗੱਲ ਕਹੀ, ਰਾਹੁਲ ਨੇ, ਮੈਨੂੰ ਪਤਾ ਪ੍ਰਿਯੰਕਾ ਬਾਰੇ, ਉਹ ਜਿਹੜੇ ਰੱਦੇ ਵਾਲੀ ਔਰਤ ਆ, ਉਹ ਜਿਹੜੇ ਕੰਮ ਗਈ ਉਹ ਪੂਰਾ ਕਰਕੇ ਆਏ ਜੀ। ਬਕਾਇਦਾ ਤੌਰ ਤੇ ਸਿੱਧੂ ਸਾਹਿਬ ਜਿਨ੍ਹਾਂ ਦੀ ਗੱਲ ਕੀਤੀ ਸੀ ਵੀ ਲੋਨ ਦੀ ਗੱਲ ਕੀਤੀ ਜਾਈ, ਉਹਨੇ ਕਿਹਾ ਜੀ ਪ੍ਰਿਯੰਕਾ ਨੂੰ ਜੇ ਤੁਰੰਤ ਰਿਹਾ ਨਾ ਕੀਤਾ ਗਿਆ ਤੇ ਪੰਜਾਬ ਕਾਂਗਰਸ ਜਿਹੜੀ ਆ ਉਹ ਕੂਚ ਜਿਹੜੀ ਆ UP ਵੱਲ ਕਰੇਗੀ। ਆਪਣੀਆਂ ਪਾਣੀ ਦੇ ਵਿਛਾਣਾ ਮਾਰੀਆਂ, ਮਾਰ ਲਓ ਤੁਸੀਂ ਡਾਂਗਾ ਮਾਰੀਆਂ, ਮਾਰ ਲਓ ਅਸੀਂ ਉੱਧਰ ਕਰਾਂਗੇ। ਇਹ ਨਵਜੋਤ ਸਿੰਘ ਸਿੱਧੂ ਦਾ ਬਿਆਨ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅਸਤੀਫਾ ਸੀ ਉਹ ਰਿਜੈਕਟ ਕਰਤਾ ਸੀ, ਮਨਜ਼ੂਰ ਨਹੀਂ ਸੀ ਹੋਇਆ। ਸਾਡੇ ਲੋਕਾਂ ਨੂੰ ਸਮਝ ਨਹੀਂ, ਜੇ ਮਨਜ਼ੂਰ ਨਹੀਂ ਹੋਇਆ ਤੇ ਵਾਪਸ ਜਾਣ ਦੀ ਕਿਹੜੀ ਰਹਿ ਗਈ ਸੀ ਜੀ।
ਉਹ ਕੱਲ ਵਿਚਰੇ ਤੇ ਐਜ ਏ ਪ੍ਰਧਾਨ ਵਿਚਰੇ, ਜੇ ਆ ਬਿਆਨ ਦਿੱਤਾ ਐਜ ਏ ਪ੍ਰਧਾਨ ਦਿੱਤਾ, ਜੇ ਉਹਨਾਂ ਦੇ ਅੱਜ ਵੀ ਕੋਈ ਸ਼ਬਦ ਤੇ ਐਜ ਏ ਪ੍ਰਧਾਨ ਨਾ ਸ਼ਬਦ ਉਹਨਾਂ ਨੂੰ ਬਕਾਇਆ ਤੌਰ। ਇਸ ਕਰਕੇ ਮੀਡੀਆ ਨੂੰ ਸਿਰਫ ਹੁੰਦਾ ਵੀ ਇਹ ਪੁੱਠੀ ਸਿੱਧੀ ਗੱਲ ਕਰਨਾ, ਕਈ ਮੇਰੇ ਅੱਗੇ ਹੁੰਦੇ ਬੈਠੇ ਨਹੀਂ ਪਤਾ ਕੀ ਕਈ ਕਹਿ ਦਿੰਦੇ ਆ। ਲੇਕਿਨ ਸਿੱਧੂ ਸਾਹਿਬ ਨੇ ਇੱਕ ਲਲਕਾਰਾ ਤੇ ਮਾਰਤਾ ਵਾ ਵੀ ਅਸੀਂ ਜ਼ਿਆਦਾ ਯੂਪੀ ਵੱਲ ਨੂੰ, ਤੇ ਯੂਪੀ ਜੋ ਬਾਰਡਰ ਕ੍ਰਾਸ ਕਰਕੇ ਰੋਕਣ ਦੇ ਜ਼ਰੂਰ ਹੋ ਜੀ ਗ੍ਰਿਫਤਾਰ ਕਰਕੇ ਅੰਦਰ ਦੇਣਗੇ। ਧਾਰਾ 144 ਇੱਕ ਇਹੋ ਜਿਹੀ ਧਾਰਾ ਜੀ, ਇਹਦੇ ਵਿੱਚ 90 ਦਿਨ ਤੁਸੀਂ ਬਿਨਾਂ ਕਿਸੇ ਗੱਲ ਤੋਂ ਕਿਸੇ ਬੰਦੇ ਨੂੰ ਜੇਲ੍ਹ 'ਚ ਰੱਖ ਸਕਦੇ ਹੋ, 90 ਦਿਨ ਤੱਕ। ਦੁਬਾਰਾ ਲਾਉਣੀ ਆ ਉਹਨੂੰ ਤੁਸੀਂ 80 ਦਿਨ ਛੱਡ ਦਿਓ, 2 ਦਿਨਾਂ ਫਿਰ ਗ੍ਰਿਫਤਾਰ ਕਰ ਲਓ ਕਿ ਇਸ ਤੁਰਿਆ ਫਿਰਦਾ ਸੀ, ਤੋੜੀ ਧਾਰਾ ਰੱਖ ਲਓ। ਇਹ ਧਾਰਾ ਇਹੋ ਜਿਹੀ ਜਿਹਦਾ ਮਹਿਮਾ ਵੀ ਕੋਈ ਨਹੀਂ ਹੈਗਾ, ਜਿਹਦੀ ਕੋਈ ਕਿਤੇ ਪੁੱਛ ਪੜਤਾਲ ਨਹੀਂ ਹੈਗੀ। ਕਿ ਉਹ ਇੱਕੋ ਗੱਲ ਕਹਿੰਦੇ ਜਾ ਕੇ ਕੋਰਟ ਦੇ ਵਿੱਚ ਸਰਕਾਰੀ ਵਕੀਲ ਕਹਿੰਦਾ ਜੀ ਇਹਦੇ ਵੇਖੋ ਇਹਦੇ ਬਾਹਰ ਰਹਿਣ ਲਈ ਉਹ ਕਾਨੂੰਨ ਲਾ ਐਂਡ ਆਰਡਰ ਨੂੰ ਖਤਮ ਹੈ, ਗਲਤ ਬੋਲਦੀ ਨਹੀਂ ਉੱਥੇ। ਇਸ ਕਰਕੇ ਬੀਬੀ ਪ੍ਰਿੰਕਾ ਜਿਹੜੀ ਆ ਉੱਥੇ ਗਈ ਆ। ਬੀਬੀ ਪ੍ਰਿੰਕਾ ਜਿਹੜੀ ਆਪਣੀ ਦਾਦੀ ਨੂੰ ਵਿਚਰ ਰਹੀ ਆ ਜੀ, ਉਹਦੀ ਸ਼ਕਲ ਵੀ ਲਗਭਗ ਮਿਲਦੀ ਆ, ਜੀ ਫਿਰਦੀ ਆ, ਚੰਗੀ ਗੱਲ ਆ। ਇਹ ਤੁਹਾਨੂੰ ਉੱਥੇ ਦੇ ਲੋਕਾਂ ਨੇ ਵੇਖਣਾ ਵੀ ਵੋਟਾਂ ਕਿੰਨੀਆਂ ਕਿ ਦਿੰਦੇ ਜੀ। ਲਾਸਟ ਕੁਐਸਚਨ ਬੜੀ ਦਾ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਏਅਰ ਇੰਡੀਆ ਦੀ ਗੱਲਬਾਤ ਕਰੀਏ ਤਾਂ ਜਦੋਂ ਇਹ ਪਹਿਲੇ ਜਿਹੜੇ ਮਹਾਰਾਜਾ ਸੀ ਜਿਹੜੇ ਟਾਟਾ ਸਾਹਿਬ ਉਹਦੇ ਓਨਰ ਸਨ, ਤੇ ਫਿਰ ਕੁਛ ਬਦਲਾਅ ਹੋਇਆ, ਫਿਰ ਇੰਡੀਆ ਭਾਰਤ ਸਰਕਾਰ ਨੂੰ ਥੋੜ੍ਹਾ ਜਿਹਾ ਹਿੱਸਾ ਦਿੱਤਾ ਗਿਆ ਤੇ ਹੁਣ ਵਾਪਸ ਇੱਕ ਵਾਰੀ ਫਿਰ ਤੋਂ ਮਾਲਕ ਬਣ ਜਾ ਰਹੇ ਨੇ ਟਾਟਾ ਜੀ। ਔਰ ਮੋਦੀ ਸਾਹਿਬ ਥੋੜੇ ਜਿਹੇ ਨਾਰਾਜ਼ ਨੇ ਇਸ ਨੂੰ ਲੈ ਕੇ। ਮੈਂ ਹੈਰਾਨ ਹਾਂ, ਮੈਨੂੰ ਤਾਂ ਇਹ ਸੀ ਕਿ ਅੰਬਾਨੀ ਸਾਹਿਬ ਲੈ ਜਾਣਗੇ ਏਅਰ ਇੰਡੀਆ, ਪਰੰਤੂ ਜੋ ਦੋਸਤ ਆ ਨਾ ਮੋਦੀ ਸਾਹਿਬ ਦੇ, ਬਟ ਟਾਟਾ ਸਾਹਿਬ ਲੈ ਗਏ ਬਾਜੀ। ਟਾਟਾ ਸਾਹਿਬ ਨੇ ਜੀ ਜਿਹੜਾ ਸਭ ਤੋਂ ਪਹਿਲਾਂ ਲਾਇਸੈਂਸ ਜਾਰੀ ਹੋਇਆ ਸੀਗਾ ਪਾਇਲਟ ਦਾ ਜੀ, 1 ਨੰਬਰ ਲਾਇਸੈਂਸ ਜੀ, ਉਹ ਜਹਾਂਗੀਰ ਰਤਨ ਦਮੋਦਰ ਟਾਟਾ ਸੀਗਾ। ਪਹਿਲਾ ਪਾਇਲਟ ਸੀ ਇੰਡੀਆ ਤੋਂ, ਤੇ ਜਹਾਜ਼ ਆਇਆ ਸੀ। ਪਾਇਲਟ ਬਣ ਤੋਂ ਇੱਕ ਸੁਪਨਾ ਲਿਆ ਸੀ ਵੀ ਮੈਂ ਆਪਣੀ 에ਅਰਲਾਈਨ ਬਣਾਉਣੀ ਹੈ। 에ਅਰਲਾਈਨ ਏਡੀ ਤਕੜੀ ਬਣਾਈ ਸੀ ਵੀ ਦੁਨੀਆ 'ਚ ਨਾਂ ਸੀ ਤੇ ਮਹਾਰਾਜਾ ਕਿਹਾ ਜਾਂਦਾ ਸੀ ਜੀ। 1932 ਚ ਸ਼ੁਰੂ ਕੀਤੀ ਤੇ 1960 ਤੱਕ ਬਾਖੂਬੀ ਚਲਾਈ 에ਅਰਲਾਈਨ। ਬਿਲਕੁਲ 1960 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਕਬਜ਼ਾ ਕਰ ਲਿਆ ਉਹਦੇ ਤੇ ਵੀ ਨਹੀਂ ਵੀ ਹੁਣ ਸਾਨੂੰ ਦੇ ਦਿਓ, ਤੁਸੀਂ ਛੱਡੋ ਪਰ ਬੜਾ ਕੁਛ ਕਰ ਲਿਆ। ਇੰਡੀਅਨ 에ਅਰਲਾਈਨ ਦਾ ਬੜਾ ਨਾਂ ਹੁੰਦਾ ਸੀ ਕਿਸੇ ਦਾ, ਲੇਕਿਨ ਅੱਜ ਉਹ ਬਿਲਕੁਲ ਘਾਟੇ ਜਾ ਰਹੀ ਸੀ, ਬੰਦ ਕਰਤੀ ਸੀ। ਰੋਡ ਨਾਲੇ ਮੋਦੀ ਸਾਹਿਬ ਦਾ ਸੀ ਕਿ ਮੈਂ ਸਭ ਕੁਝ ਲੁੱਟ ਪੁੱਟ ਕੇ ਆਪਣੇ ਯਾਰਾਂ ਨੂੰ ਦੇਣਾ, ਅਡਾਨੀਆਂ ਬਾਨੀਆਂ ਨੂੰ। ਲੇਕਿਨ ਜਦੋਂ ਇਹਨਾਂ ਦੀਆਂ ਕੋਟੇਸ਼ਨਾਂ ਖੋਲੀਆਂ ਗਈਆਂ, ਟੈਂਡਰ ਖੋਲੇ ਗਏ ਤੇ ਇਹਨਾਂ ਦਾ ਰੇਟ ਬਾਕੀਆਂ ਨਾਲੋਂ ਠੀਕ ਠਾਕ ਸੀ। ਨਹੀਂ ਪੈਣੀ ਸੀ ਉਹਨਾਂ ਦੀ ਖਾਸ ਇਹ ਸੀ ਗਿਆ ਵੀ ਅਡਾਨੀਆਂ ਬਾਨੀਆਂ ਨੂੰ ਦਿਆਂਗੇ ਤੇ ਇਲੈਕਸ਼ਨ 'ਚ ਇਹਨਾਂ ਕੋਲ ਨੋਟ ਲਾਵਾਂਗੇ, ਨੋਟ ਜੀ। ਪਾਰਟੀਆਂ ਦੇਣਾ ਕੁਛ ਨਹੀਂ। ਤੁਹਾਨੂੰ ਪਤਾ ਵਾ ਇੰਡੀਆ ਗਵਰਨਮੈਂਟ ਨੇ ਕਿਹਾ ਸੀ ਵੀ ਜਿੰਨਾ ਵੀ ਕਿਸੇ ਵੀ ਫੈਕਟਰੀ ਵਾਲੇ ਦਾ, ਕਿਸੇ ਵੀ ਵਪਾਰੀ ਦਾ ਜਿਹੜਾ ਹੁੰਦਾ ਵਾ ਇਨਕਮ ਆ, ਉਹਦੇ ਵਿੱਚੋਂ 5% ਉਹ ਸਮਾਜਿਕ ਕੰਮ ਵਾਸਤੇ ਵਰਤੂਗਾ ਜੀ, ਲੋਕ ਭਲਾਈ ਵਾਸਤੇ ਵਰਤੂਗਾ। ਇਹਨਾਂ ਨੇ ਕਿਹਾ ਸਾਡੀ ਤੁਸੀਂ ਤੁਹੀਨ ਕੀਤੀ ਆ, ਅਸੀਂ ਆਪਣੀ ਇਨਕਮ ਦਾ 68% ਜਿਹੜਾ ਵਾ ਉਹ ਲੋਕ ਭਲਾਈ ਵਾਸਤੇ ਵਰਤਦੇ। ਦੇ ਵਿੱਚ ਇਹਨਾਂ ਇੱਕ ਹਸਪੀਟਲ ਆ ਕੈਂਸਰ ਦਾ, ਉਸ ਹਸਪੀਟਲ ਤੁਸੀਂ ਇਹ ਵੇਖ ਲਓ ਵੀ ਉੱਥੇ ਗਰੀਬਾਂ ਨੂੰ ਫ੍ਰੀ ਇਲਾਜ ਆ, ਦਵਾਈ ਵੀ ਫ੍ਰੀ, ਇਲਾਜ ਵੀ ਫ੍ਰੀ, ਟੈਸਟ ਵੀ ਫ੍ਰੀ। ਆਉਂਦੇ ਆ ਉਹਨਾਂ ਤੋਂ ਚਾਰਜ ਕੀਤਾ ਜਾਂਦਾ, ਉਹਨਾਂ ਦਾ ਵੱਖਰਾ ਰਸਤਾ ਬਣਾਇਆ ਹੁੰਦਾ, ਉਹ ਪੈਸੇ ਵੀ ਦਿੰਦੇ, ਲੇਕਿਨ ਡਾਕਟਰ ਸਰ ਨੂੰ ਉਹੀ ਚੈੱਕ ਕਰਦੇ, ਕੋਈ ਵੱਖਰਾ ਡਾਕਟਰ ਚੈੱਕ ਨਹੀਂ ਕਰਦਾ। ਇਹਨਾਂ ਦਾ ਭਾਵੇਂ ਤਾਜ ਹੋਟਲ ਹੋਵੇ, ਭਾਵੇਂ 에ਅਰਲਾਈਨ ਹੋਵੇ ਜਾਂ ਇਹਨਾਂ ਦੀ ਫੈਕਟਰੀ ਹੋਵੇ, ਉੱਥੋਂ ਬਕਾਇਦਾ ਤੌਰ ਤੇ ਜਿਹੜੀ ਲੋਕ ਭਲਾਈ ਵਾਸਤੇ ਜਿਹੜੇ ਫੰਡ ਆਉਂਦੇ ਆ। ਇਸ ਕਰਕੇ ਉਹ ਚਾਹੁੰਦੇ ਨੇ, ਮੋਦੀ ਸਾਹਿਬ ਅਜੇ ਫਾਈਨਲ ਨਹੀਂ ਕੀਤਾ ਵੀ ਉਹਦੇ ਅਡਾਨੀ ਬਾਨੀ ਲੈਣ ਚੰਗੀ ਗੱਲ ਹੈ, ਕਿਉਂਕਿ ਸਾਡੇ ਉਹ ਦੋਸਤ ਨੇ ਜੀ, ਇਹ ਟਾਟਿਆ ਸਾਨੂੰ ਦੇਣਾ ਲੈਣਾ ਕੱਖ ਨਹੀਂ ਜੇ ਇਹ ਲੈ ਗਏ। ਤੇ ਇਹ ਗੱਲ ਕਹਿ ਦਿਆਂ ਕਿ ਟਾਟਿਆ ਕੋਲ ਚਲੀ ਗਈ ਤੇ ਇਹ ਪੁਰਾਣੇ ਤਜਰਬੇ ਨੂੰ ਲੈ ਕੇ 에ਅਰਲਾਈਨ ਦਾ ਜਿਹੜਾ ਸੁਧਾਰ ਕਰ ਸਕਦੇ ਜੀ। ਲਾਸਟ ਕਾਲ ਭਾਟੀ ਸਾਹਿਬ, ਫਿਰ ਪਲੀਜ਼ ਉਸ ਨੂੰ ਛੋੜਾ ਰੱਖਣਾ ਕਾਲਰ, ਬਿਕਾਜ਼ ਅਸੀਂ ਵਾਈਂਡ ਅਪ ਕਰਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਚਾਵਲਾ ਸਾਹਿਬ ਕੀ ਹਾਲ ਚਾਲ? ਠੀਕ ਠਾਕ ਜੀ। ਜੀ ਭੱਟੀ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਭੱਟੀ ਸਾਹਿਬ ਜੀ, ਮੇਰਾ ਸਵਾਲ ਹੈ ਜਿੱਦਾਂ ਹੁਣ ਪੰਜਾਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਡੇ ਬਾਈ ਡੇ ਹੋਈ ਜਾ ਰਹੀ ਆ। ਪਿੱਛੇ ਹੁਣ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਹੜੀ ਚੱਪਲਾਂ ਸਮੇਤ ਉਹ ਜਿੱਥੇ ਮਾਰੇ ਪ੍ਰਕਾਸ਼ ਉੱਥੇ ਚੜ ਗਿਆ, ਤੇ ਯਾਨੀ ਕਿ ਇਹ ਰੁਕੇਗਾ ਕੰਮ ਕਿ ਇਸ ਤਰ੍ਹਾਂ ਹੀ ਚੱਲਦਾ ਰਹੇਗਾ? ਜਦੋਂ ਸਾਡੇ ਲੀਡਰ ਚੜ੍ਹਨਗੇ ਨਾ ਜੀ ਉਦੋਂ ਰੁਕ ਜਾਏਗਾ। ਜਦੋਂ ਸਾਡੀ ਪੰਜਾਬ 'ਚ ਅਕਾਲੀ ਸਰਕਾਰ ਸੀ ਨਾ, ਕੋਈ ਬੇਇੱਜ਼ਤੀ ਹੁੰਦੀਆਂ ਸੀ। ਅੱਜ ਤੱਕ ਇਹ ਦੱਸ ਦੇਣ ਵੀ ਉਦੋਂ ਕਿਹੜੇ ਕੇਸ ਦੀ ਜਿਹੜੀ ਥੋਰਲੀ ਪੜਤਾਲ ਕੀਤੀ ਸੀ, ਬੰਦਾ ਕਿੱਥੋਂ ਆਇਆ, ਕਿਵੇਂ ਗਿਆ, ਕੀ ਕੀਤਾ, ਕੌਣ ਕੋਣ, ਇੱਕੋ ਗੱਲ ਜੀ, ਇਹ ਤਾਂ ਦਿਮਾਗ ਠੀਕ ਨਹੀਂ ਇਹਦੇ ਕਰਕੇ ਮੀਟ ਦਿੰਦੇ ਸੀ। ਇਸ ਕਰਕੇ ਕੰਮ ਚੱਲਦਾ ਰਹੇਗਾ। ਇਹ ਵੀ ਇੱਕ ਸਾਡੀ ਇਸ ਵੇਲੇ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਵੀ ਬੇਅਦਬੀ ਦਾ। ਅੱਜ ਮੈਨੂੰ ਕੋਈ ਖਬਰ ਪੜ੍ਹਨ ਡਿਆ ਸੀ ਵੀ ਕਿਤੇ ਮੂਰਤੀਆਂ ਤੋੜੀਆਂ ਗਈਆਂ। ਜੀ ਜੀ, ਨਹੀਂ ਹੋਣਾ ਚਾਹੀਦਾ, ਲੇਕਿਨ ਹੈਗਾ। ਮੈਂ ਸੋਚਦਾ ਵੀ ਕੌਨਸਪੀਰੇਸੀ ਜਿਹੜੀ ਆ ਉਹ ਜ਼ਾਹਰ ਹੋਣੀ ਚਾਹੀਦੀ ਆ। ਉਹ ਸਰਕਾਰ ਹੀ ਕਰ ਸਕਦੀ ਆ, ਸਿਕਿਉਰਿਟੀ ਫੋਰਸਿਸ ਕਰ ਸਕਦੀ ਆ, ਲੇਕਿਨ ਉਹ ਕਰਦੇ ਨਹੀਂ। ਇਹ ਵੀ ਵਿੱਚ ਸ਼ਾਮਲ ਹੋ ਸਕਦੇ ਜੀ। ਜੀ ਭੱਟੀ ਸਾਹਿਬ, ਟਾਈਮ ਦੇਣ ਵਾਸਤੇ ਅੱਜ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ। ਐਂਡ ਕੱਲ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਲੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਜੀ। ਇੱਕ ਵਾਰੀ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।